ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜਿਹੜਾ ਟੌਪਿਕ ਹੈ ਨੈਕਸਟ ਸਾਇੰਸ ਸੀਰੀਜ਼ ਦੇ ਵਿੱਚ ਜਿਹੜਾ ਮੈਂ ਕਰਾਉਣ ਜਾ ਰਿਹਾ ਹਾਂ ਉਹ ਹੈ ਸਾਡੇ ਆਲੇ ਦੁਆਲੇ ਦੇ ਪਦਾਰਥ, ਮੈਟਰ ਇਨ ਆਵਰ ਸਰਾਊਂਡਿੰਗ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਪਦਾਰਥ ਹੈ ਕੀ ਚੀਜ਼। ਅਸਲ ਦੇ ਵਿੱਚ ਜੇ ਅਸੀਂ ਆਪਣੇ ਆਸੇ ਪਾਸੇ ਝਾਤ ਮਾਰੀਏ ਤਾਂ ਹਰੇਕ ਉਹ ਚੀਜ਼, ਭਾਵੇਂ ਉਹ ਲੱਕੜ ਹੈ, ਲੋਹਾ ਹੈ, ਮਿੱਟੀ ਹੈ, ਪਾਣੀ ਹੈ, ਕੁਝ ਵੀ ਜਿਹੜੇ ਪਦਾਰਥ ਸਾਡੇ ਆਸੇ ਪਾਸੇ ਮੌਜੂਦ ਹਨ ਉਹਨਾਂ ਸਾਰਿਆਂ ਨੂੰ ਅਸੀਂ ਪਦਾਰਥ ਬੋਲਦੇ ਹਾਂ। ਤਾਂ ਹਰੇਕ ਵਸਤੂ ਜਿਸ ਸਮੱਗਰੀ ਤੋਂ ਬਣੀ ਹੁੰਦੀ ਹੈ ਉਸ ਨੂੰ ਪਦਾਰਥ ਕਿਹਾ ਜਾਂਦਾ ਹੈ। ਹੁਣ ਪਦਾਰਥ ਦੇ ਗੁਣਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਪੁੰਜ, ਭਾਰ ਅਤੇ ਆਇਤਨ, ਇਹ ਤਿੰਨ ਟਰਮਸ ਹੈਗੀਆਂ ਨੇ ਜਿਹੜੀਆਂ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਸਭ ਤੋਂ ਪਹਿਲੀ ਗੱਲ, ਪੁੰਜ ਕੀ ਚੀਜ਼ ਹੁੰਦੀ ਹੈ? ਵਸਤੂ ਵਿਚਲੇ ਪਦਾਰਥ ਨੂੰ ਪੁੰਜ ਕਿਹਾ ਜਾਂਦਾ ਹੈ। ਵਸਤੂ ਵਿਚਲੇ ਪਦਾਰਥ ਨੂੰ ਪੁੰਜ ਕਿਹਾ ਜਾਂਦਾ ਹੈ ਅਤੇ ਪੁੰਜ ਦੀ ਇਕਾਈ ਜਿਹੜੀ ਹੈ ਉਹ ਕਿਲੋਗ੍ਰਾਮ ਹੈ। ਇਹ ਇਕਾਈਆਂ ਪੁੱਛੀਆਂ ਜਾਂਦੀਆਂ ਕਈ ਵਾਰ ਪੇਪਰ 'ਚ ਵੀ ਪੁੰਜ ਦੀ ਐਸਆਈ ਇਕਾਈ ਕੀ ਹੈ, ਤਾਂ ਪੁੰਜ ਦੀ ਜਿਹੜੀ ਐਸਆਈ ਇਕਾਈ ਹੈ ਉਹ ਕਿਲੋਗ੍ਰਾਮ ਹੈ। ਜਿਹੜਾ ਭਾਰ ਹੈ ਉਸ ਦੀ ਇਕਾਈ ਜਿਹੜੀ ਹੈ ਉਹ ਨਿਊਟਨ ਹੈ। ਆਇਤਨ ਹੈ ਉਹ ਘਣ ਮੀਟਰ ਹੈ। m³ ਜਾਂ ਘਣ ਮੀਟਰ ਜਿਹੜਾ ਹੈ ਆਇਤਨ ਦੀ ਐਸਆਈ ਇਕਾਈ ਹੈ। ਹੁਣ ਉਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਿੰਨਾਂ ਵਿੱਚ ਕੀ ਫਰਕ ਹੈ, ਤਾਂ ਪੁੰਜ ਜਿਹੜਾ ਹੈ ਕੋਈ ਵਸਤੂ ਕਿਸੇ ਨਾ ਕਿਸੇ ਜਿਹੜੀ ਪਦਾਰਥ ਦੀ ਬਣੀ ਹੁੰਦੀ ਹੈ ਤਾਂ ਉਹ ਜਿਹੜਾ ਉਸ ਦਾ ਪਦਾਰਥ ਹੈ ਉਸ ਨੂੰ ਉਸ ਦਾ ਪੁੰਜ ਕਿਹਾ ਜਾਂਦਾ ਹੈ। ਭਾਰ ਜਿਹੜਾ ਹੈ ਇਹ ਜਿਹੜਾ ਹੈ ਵਸਤੂ ਦਾ ਭਾਰ ਗ੍ਰੈਵੀਟੇਸ਼ਨਲ ਫੋਰਸ ਦੇ ਕਾਰਨ ਹੁੰਦਾ ਹੈ। ਗੁਰੂਤਵਾਕਰਸ਼ਣ ਜਿਹੜਾ ਬਲ ਹੈ ਆਪਣੀ ਧਰਤੀ ਦਾ, ਜਿਹੜੀ ਕੋਈ ਵੀ ਪਦਾਰਥ ਹੈ ਉਸ ਨੂੰ ਆਪਣੇ ਵੱਲ ਖਿੱਚ ਰਹੀ ਹੈ ਤਾਂ ਉਸ ਦਾ ਜਿਹੜਾ ਮੇਜ਼ਰਮੈਂਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਉਸ ਦਾ ਭਾਰ ਕਿਹਾ ਜਾਂਦਾ ਹੈ। ਪੁੰਜ ਹੈ ਉਹ ਕਿਸੇ ਵਸਤੂ ਦਾ ਕਦੇ ਜ਼ੀਰੋ ਨਹੀਂ ਹੋ ਸਕਦਾ। ਕੋਈ ਵੀ ਵਸਤੂ ਹੈ ਤਾਂ ਉਸ ਦਾ ਕੁਝ ਨਾ ਕੁਝ ਪੁੰਜ ਜ਼ਰੂਰ ਹੋਏਗਾ, ਮਾਸ ਉਸ ਦਾ ਜ਼ਰੂਰ ਹੋਏਗਾ, ਪਰੰਤੂ ਜੇਕਰ ਆਪਾਂ ਉਸ ਦੇ ਭਾਰ ਦੀ ਗੱਲ ਕਰੀਏ ਤਾਂ ਉਸ ਦਾ ਭਾਰ ਜਿਹੜਾ ਹੈ ਜ਼ੀਰੋ ਵੀ ਹੋ ਸਕਦਾ ਹੈ। ਧਰਤੀ ਦੇ ਸੈਂਟਰ ਵਿੱਚ ਕਿਸੇ ਵੀ ਵਸਤੂ ਦਾ ਜਿਹੜਾ ਭਾਰ ਹੈ ਉਹ ਜ਼ੀਰੋ ਹੋ ਜਾਂਦਾ ਹੈ, ਕਿਉਂਕਿ ਉੱਥੇ ਗ੍ਰੈਵੀਟੇਸ਼ਨਲ ਫੋਰਸ ਹੈ ਜਿਹੜਾ ਉਹ ਜ਼ੀਰੋ ਹੋ ਜਾਂਦਾ ਹੈ, ਤਾਂ ਵਸਤੂ ਦਾ ਜਿਹੜਾ ਭਾਰ ਵੀ ਕੀ ਹੋ ਜਾਏਗਾ? ਜ਼ੀਰੋ। ਇਸ ਚੀਜ਼ ਦਾ ਧਿਆਨ ਰੱਖਣਾ ਹੈ ਵੀ ਪੁੰਜ ਹੈ ਉਸ ਦਾ ਮਾਨ ਕਦੇ ਜ਼ੀਰੋ ਨਹੀਂ ਹੋ ਸਕਦਾ। ਦੂਸਰੇ ਪਾਸੇ ਜਿਹੜਾ ਭਾਰ ਹੈ ਉਸ ਦਾ ਮਾਨ ਜ਼ੀਰੋ ਹੋ ਸਕਦਾ ਹੈ। ਆਇਤਨ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਮੇਜ਼ਰਮੈਂਟ ਦਾ ਏਰੀਆ ਵਾਈਜ਼, ਵੀ 1/1/1 ਕੋਈ ਵੀ, ਜਿਵੇਂ 1 ਸੈਂਟੀਮੀਟਰ ਇੰਟੂ 1 ਸੈਂਟੀਮੀਟਰ 1 ਸੈਂਟੀਮੀਟਰ ਹੈ ਕੋਈ, ਜਾਂ ਇਹ ਮੀਟਰ ਦੀ ਇੱਥੇ ਵਿੱਚ ਆਪਣੇ ਕੋਲ ਆਇਤਨ ਦੇ ਵਿੱਚ ਆਪਾਂ ਇਸ ਨੂੰ ਯੂਜ਼ ਕਰਦੇ ਹਾਂ, ਤਾਂ ਜਿਹੜਾ ਮੀਟਰ ਬਾਏ ਮੀਟਰ ਦੇ ਵਿੱਚ ਜਿੰਨੀ ਚੀਜ਼ ਉਹ ਆ ਰਹੀ ਹੈ ਉਹ ਉਸ ਦਾ ਆਇਤਨ ਹੈ। ਇਸ ਦੀ ਜਿਹੜੀ ਇਕਾਈ ਹੈ ਉਹ ਘਣ ਮੀਟਰ ਹੈ। ਉਸ ਤੋਂ ਬਾਅਦ ਘਣਤਾ ਦੀ ਗੱਲ ਕਰੀਏ ਜਿਸ ਨੂੰ ਡੈਂਸਿਟੀ ਕਿਹਾ ਜਾਂਦਾ ਹੈ। ਕਿਸੇ ਵੀ ਪਦਾਰਥ ਦੀ ਡੈਂਸਿਟੀ ਕੀ ਹੁੰਦੀ ਹੈ? ਉਹ ਹੁੰਦੀ ਹੈ ਪੁੰਜ ਬਟਾ ਆਇਤਨ। ਇਹ ਧਿਆਨ ਰੱਖਣਾ ਹੈ। ਕਿਸੇ ਵੀ ਜਿਹੜੀ ਪਦਾਰਥ ਹੈ ਉਸ ਦੀ ਘਣਤਾ ਦਾ ਜਿਹੜਾ ਮੇਜ਼ਰਮੈਂਟ ਹੈ ਉਹ ਪੁੰਜ ਬਟਾ ਆਇਤਨ ਦੇ ਰਾਹੀਂ ਕੀਤਾ ਜਾਂਦਾ ਹੈ। ਹੁਣ ਅਸੀਂ ਪਦਾਰਥਾਂ ਦੇ ਭੌਤਿਕ ਸਰੂਪ ਬਾਰੇ ਪੜ੍ਹਦੇ ਹਾਂ ਵੀ ਫਿਜ਼ੀਕਲੀ ਪਦਾਰਥ ਕਿਸ ਤਰੀਕੇ ਰਾਹੀਂ ਹੁੰਦੀ ਹੈ, ਉਹਨਾਂ ਦੀ ਬਣਤਰ ਕੀ ਹੁੰਦੀ ਹੈ, ਕਿਉਂਕਿ ਆਪਾਂ ਆਪਣੇ ਆਸੇ ਪਾਸੇ ਵਾਲਾ ਜਿਹੜਾ ਪਦਾਰਥ ਹੈਗਾ ਉਹਨਾਂ ਬਾਰੇ ਪੜ੍ਹ ਰਹੇ ਹੈਗੇ ਹਾਂ। ਜਿਹੜੀ ਸਮੱਗਰੀ ਆਪਾਂ ਦੇਖ ਰਹੇ ਹਾਂ ਆਸੇ ਪਾਸੇ, ਲੱਕੜੀ ਹੈ, ਚਾਹੇ ਲੋਹਾ ਹੈ, ਪਾਣੀ ਹੈ, ਹਵਾ ਹੈ, ਤਾਂ ਹੁਣ ਉਹ ਕਿਸ ਤਰੀਕੇ ਰਾਹੀਂ ਬਣੇ ਹੋਏ ਹੈਗੇ, ਉਹਨਾਂ ਦੀ ਬਣਤਰ ਕੀ ਹੈ। ਭੌਤਿਕ ਰੂਪ ਵਿੱਚ ਅਗਰ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਪਦਾਰਥ ਕਣਾਂ ਤੋਂ ਮਿਲ ਕੇ ਬਣੇ ਹਨ। ਹਰੇਕ ਪਦਾਰਥ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਤੁਸੀਂ ਇਹ ਦੇਖਿਆ ਵੀ ਹੋਵੇਗਾ, ਜਿਵੇਂ ਚੌਕ ਨਾਲ ਬਲੈਕ ਬੋਰਡ 'ਤੇ ਲਿਖਦੇ ਹਾਂ ਤਾਂ ਉਹਦੇ ਛੋਟੇ ਛੋਟੇ ਕਣ ਤੁਹਾਨੂੰ ਨਜ਼ਰ ਆਉਣਗੇ, ਮਿੱਟੀ ਦੇ ਛੋਟੇ ਛੋਟੇ ਕਣ ਨਜ਼ਰ ਆਉਣਗੇ, ਬਟ ਉਹ ਉਸ ਤੋਂ ਵੀ ਛੋਟੇ ਕਣਾਂ ਤੋਂ ਮਿਲ ਕੇ ਪਦਾਰਥ ਜਿਹੜੇ ਉਹ ਬਣੇ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਨੋਰਮਲ ਅੱਖਾਂ ਨਾਲ ਹੀ ਨਹੀਂ ਦੇਖ ਸਕਦੇ। ਕਣਾਂ ਦਾ ਆਕਾਰ ਜਿਹੜਾ ਉਹ ਬਹੁਤ ਛੋਟਾ ਹੁੰਦਾ ਹੈ, ਜਿਨ੍ਹਾਂ ਨੂੰ ਆਪਾਂ ਨੋਰਮਲੀ ਦੇਖ ਹੀ ਨਹੀਂ ਸਕਦੇ, ਇਹਨਾਂ ਦਾ ਆਕਾਰ ਜਿਹੜਾ ਉਹ ਛੋਟਾ ਹੁੰਦਾ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ। ਮੰਨ ਲਓ ਜਿਵੇਂ ਅਸੀਂ ਚੀਨੀ ਨੂੰ ਪਾਣੀ ਵਿੱਚ ਘੋਲਦੇ ਹਾਂ ਤਾਂ ਚੀਨੀ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੀ ਹੈ, ਭਾਵੇਂ ਪਾਣੀ ਜ਼ਿਆਦਾ ਹੈ ਚੀਨੀ ਥੋੜ੍ਹੀ ਹੈ, ਫਿਰ ਵੀ ਉਸ ਦਾ ਟੇਸਟ ਜਿਹੜਾ ਹੈ ਚੀਨੀ ਵਿੱਚ ਇੱਕ ਸਮਾਨ ਮਾਤਰਾ ਵਿੱਚ ਪਹੁੰਚ ਜਾਂਦਾ ਹੈ। ਇਟ ਮੀਨਸ ਜਿਹੜੇ ਚੀਨੀ ਦੇ ਕਣ ਹੈਗੇ ਹੈ ਉਹ ਪੂਰੀ ਤਰ੍ਹਾਂ ਜਿਹੜੇ ਹੈ ਪਾਣੀ ਦੇ ਕਣਾਂ ਵਿੱਚ ਮਿਕਸ ਹੋ ਚੁੱਕੇ ਹਨ। ਦੂਸਰੀ ਗੱਲ, ਜਿਹੜੀ ਕਣਾਂ ਦਾ ਮੁੱਖ ਗੁਣ ਕੀ ਹੈਗਾ ਹੈ, ਇਹ ਚੀਜ਼ ਯਾਦ ਰੱਖਣ ਵਾਲੀ ਹੈ ਵੀ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ। ਤਾਂ ਇਹ ਧਿਆਨ ਰੱਖਿਆ ਜੀ ਵੀ ਜੋ ਕੋਈ ਵੀ ਪਦਾਰਥ ਬਣਿਆ ਹੈ ਉਹਦੇ ਜਿਹੜੇ ਕਣ ਹੈਗੇ ਆ ਉਹ ਕਿਸ ਤਰੀਕੇ ਨਾਲ ਆਪਸ ਵਿੱਚ ਜੁੜੇ ਹੋਏ ਹੋਏਗੇ, ਉਹਨਾਂ ਦੇ ਵਿਚਕਾਰ ਹੀ ਖਾਲੀ ਥਾਂ ਹੋਏਗੀ। ਜਿਵੇਂ ਕੋਈ ਸਰਕਸ ਹੈਗੇ ਆਪਣੇ ਕੋਲ, ਇਸ ਤਰੀਕੇ ਨਾਲ ਅਗਰ ਕੋਈ ਪਦਾਰਥ ਬਣਿਆ ਹੋਇਆ ਤਾਂ ਇਹਦੇ ਵਿਚਕਾਰ ਜਿਹੜੀ ਖਾਲੀ ਜਗ੍ਹਾ ਰਹਿ ਰਹੀ ਹੈ, ਤਾਂ ਇਹ ਜਿਹੜੀ ਖਾਲੀ ਜਗ੍ਹਾ ਹੈਗੀ ਹੈ ਇਹ ਸਾਰੇ ਕਣਾਂ ਦੇ ਵਿਚਕਾਰ ਜਿਹੜੀ ਉਹ ਮੌਜੂਦ ਹੁੰਦੀ ਹੈ।
ਦੂਸਰੀ ਗੱਲ ਜਿਹੜੀ ਯਾਦ ਰੱਖਣੀ ਹੈ, ਜਿਹੜੇ ਪਦਾਰਥ ਦੇ ਕਣ ਹੈ ਨਿਰੰਤਰ ਗਤੀਸ਼ੀਲ ਹੁੰਦੇ ਹਨ, ਉਹਨਾਂ ਵਿੱਚ ਗਤੀਜ ਊਰਜਾ ਪ੍ਰੈਜੈਂਟ ਹੁੰਦੀ ਹੈ। ਹਰੇਕ ਪਦਾਰਥ ਜਿਹੜੀ ਕਣ ਹੈ ਉਹਨਾਂ ਵਿਚਕਾਰ ਖਾਲੀ ਥਾਂ ਹੁੰਦੀ ਹੈ। ਦੂਸਰੀ ਗੱਲ, ਉਹ ਨਿਰੰਤਰ ਗਤੀਸ਼ੀਲ ਹੁੰਦੇ ਹਨ, ਔਰ ਜਿਹੜੀ ਗਤੀਸ਼ੀਲਤਾ ਉਸਦੀ ਹੈਗੀ ਹੈ ਉਹ ਉਹਨਾਂ ਕਣਾਂ ਦੀ ਗਤਿਜ ਊਰਜਾ ਕਾਰਨ ਉਸ ਦੇ ਵਿੱਚ ਹੁੰਦੀ ਹੈ। ਗਤਿਜ ਊਰਜਾ ਨੂੰ ਕਾਇਨੈਟਿਕ ਐਨਰਜੀ ਵੀ ਕਿਹਾ ਜਾਂਦਾ ਹੈ। ਹਰੇਕ ਕਣ ਵਿੱਚ ਕਾਇਨੈਟਿਕ ਐਨਰਜੀ ਹੁੰਦੀ ਹੈ, ਕਿਸੇ 'ਚ ਘੱਟ ਕਿਸੇ 'ਚ ਜ਼ਿਆਦਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਜਦੋਂ ਅਸੀਂ ਤਾਪਮਾਨ ਨੂੰ ਇਨਕਰੀਜ਼ ਕਰਦੇ ਹਾਂ ਤਾਂ ਗਤਿਜ ਊਰਜਾ ਉਸਦੀ ਇਨਕਰੀਜ਼ ਹੋਏਗੀ। ਦੂਸਰੀ ਗੱਲ, ਜਦੋਂ ਅਸੀਂ ਦਬਾਅ ਨੂੰ ਇਨਕਰੀਜ਼ ਕਰਦੇ ਹਾਂ ਤਾਂ ਇਸ ਦੀ ਗਤਿਜ ਊਰਜਾ ਜਿਹੜੀ ਉਹ ਘੱਟ ਹੋਏਗੀ, ਕਣਾਂ ਦੀ ਜਿਹੜੀ ਗਤੀ ਜਿਹੜੀ ਆ ਉਹ ਘੱਟ ਹੋਏਗੀ। ਹੁਣ ਅਸਲ 'ਚ ਹਰੇਕ ਪਦਾਰਥ ਦੀ ਜਿਹੜੀ ਉਹਦੀ ਪ੍ਰੋਪਰਟੀਜ਼ ਦੇਖੀਏ ਆਪਾਂ ਤਾਂ ਉਸਦੇ ਕਣਾਂ 'ਤੇ ਨਿਰਭਰ ਕਰਦੀ ਹੈ। ਕਣ ਅਗਰ ਟਾਈਟਲੀ ਜਾਂ ਕੋਲ ਮੌਜੂਦ ਹੈਗੇ ਹਨ ਤਾਂ ਉਹਨਾਂ ਵਿੱਚ ਆਕਰਸ਼ਣ ਜਿਹੜਾ ਹੈ ਜ਼ਿਆਦਾ ਹੈ, ਕਣਾਂ ਦਾ ਆਪਸੀ ਬਲ ਜ਼ਿਆਦਾ ਹੈ, ਤਾਂ ਉਹ ਵਸਤੂ ਜਿਹੜੀ ਹੈ ਠੋਸ ਅਵਸਥਾ ਵਿੱਚ ਆਪਾਂ ਨੂੰ ਸ਼ੋ ਹੋਏਗੀ। ਅਗਰ ਕਣਾਂ ਦੇ ਵਿੱਚ ਥੋੜ੍ਹਾ ਜਿਹੜਾ ਆਪਸੀ ਆਕਰਸ਼ਣ ਹੈ, ਉਹਨਾਂ ਦੇ ਵਿਚਕਾਰ ਜਿਹੜਾ ਲੱਗਣ ਵਾਲਾ ਬਲ ਹੈ ਉਹ ਅਗਰ ਘੱਟ ਹੈ ਥੋੜ੍ਹਾ, ਤਾਂ ਉਹ ਆਪਾਂ ਨੂੰ ਦਰਵ ਅਵਸਥਾ ਵਿੱਚ ਹੋਏਗੀ। ਇਸ ਤੋਂ ਬਾਅਦ ਅਗਰ ਉਹ ਮੁਕਤ ਅਵਸਥਾ ਵਿੱਚ ਇੱਧਰ ਉੱਧਰ ਘੁੰਮ ਰਹੇ ਹੈਗੇ ਕਣ, ਤਾਂ ਉਹ ਗੈਸ ਅਵਸਥਾ ਪਦਾਰਥਾਂ ਦੀ ਹੋਏਗੀ। ਉਹ ਆਪਾਂ ਅੱਗੇ ਨੈਕਸਟ ਸਲਾਈਡ ਵਿੱਚ ਪੜ੍ਹਾਂਗੇ ਵੀ ਇਹਨਾਂ ਦੀਆਂ ਕਿਹੜੀਆਂ ਅਵਸਥਾਵਾਂ ਹੈਗੀਆਂ ਨੇ, ਕੀ ਇਸ ਦਾ ਗੁਣ ਹੈ। ਤਾਂ ਇੱਥੇ ਜਿਹੜੀ ਸਮਝਣ ਵਾਲੀ ਗੱਲ ਹੈ, ਇਸ ਦੇ ਉੱਪਰ ਕੁਐਸਚਨ ਵੀ ਪੁੱਛੇ ਜਾਂਦੇ ਹੈਗੇ ਨੇ ਵੀ ਕਿਸੇ ਜਿਹੜਾ ਗੈਸ ਹੈ ਉਸ ਨੂੰ ਅਗਰ ਦਰਵ ਅਵਸਥਾ ਵਿੱਚ ਬਦਲਣਾ ਹੈ ਤਾਂ ਉਹਦੇ ਲਈ ਸਹੀ ਹਾਲਾਤ ਕਿਹੜੇ ਹੈਗੇ ਆ। ਅਗਰ ਗੈਸ ਨੂੰ ਆਪਾਂ ਦਰਵ ਅਵਸਥਾ ਵਿੱਚ ਲੈ ਕੇ ਆਉਣਾ ਹੈ ਤਾਂ ਆਪਾਂ ਨੂੰ ਪਹਿਲੀ ਗੱਲ ਤਾਂ ਤਾਪਮਾਨ ਘੱਟ ਕਰਨਾ ਪਏਗਾ। ਰੀਜ਼ਨ ਵੀ ਗਤਿਜ ਊਰਜਾ, ਤਾਪਮਾਨ ਵਧਣ ਨਾਲ ਗਤਿਜ ਊਰਜਾ ਵੱਧਦੀ ਹੈ, ਤਾਪਮਾਨ ਘਟਾਵਾਂਗੇ ਤਾਂ ਗਤਿਜ ਊਰਜਾ ਉਸਦੀ ਘਟੇਗੀ। ਦੂਸਰੀ ਗੱਲ, ਸਾਨੂੰ ਦਬਾਅ ਵਧਾਉਣਾ ਪਏਗਾ ਤਾਂ ਜੋ ਉਸਦੀ ਗਤਿਜ ਊਰਜਾ ਜਿਹੜੀ ਆ ਉਹ ਘੱਟ ਕੀਤੀ ਜਾ ਸਕੇ। ਉਸ ਤੋਂ ਬਾਅਦ ਪਦਾਰਥਾਂ ਦੇ ਕਣਾਂ ਵਿੱਚ ਆਪਸ ਵਿੱਚ ਮਿਲਣਾ। ਹੁਣ ਇਹ ਜ਼ਰੂਰੀ ਨਹੀਂ ਵੀ ਸਾਰੇ ਪਦਾਰਥ ਵੱਖ ਵੱਖ ਹੀ ਹੈਗੇ ਹੈ, ਪਦਾਰਥਾਂ ਦੇ ਜਿਹੜੇ ਕਣ ਹੈ ਆਪਸ 'ਚ ਮਿਕਸਅਪ ਹੈਗੇ ਹੈ। ਅਸੀਂ ਚਾਰੇ ਪਾਸੇ ਅਗਰ ਦੇਖੀਏ ਤਾਂ ਇਹ ਨਹੀਂ ਹੈਗਾ ਵੀ ਕੋਈ ਚੀਜ਼ ਜਿਹੜੀ ਬਣੀ ਉਹ ਇੱਕੋ ਪਦਾਰਥ ਦੇ ਕਣਾਂ ਦੀ ਬਣੀ ਹੋਈ ਹੋਏਗੀ, ਉਹ ਮਿਕਸਚਰਸ ਹੁੰਦੇ ਹੈ। ਉਸ ਨੂੰ ਕੀ ਬੋਲਦੇ ਆਪਾਂ, ਵਿਸਤਰਨ, ਪ੍ਰਸਰਣ ਜਾਂ ਡਿਫਿਊਜ਼ਨ ਇਹ ਕਿਹਾ ਜਾਂਦਾ ਹੈ। ਜਿਹੜੇ ਕਣ ਆਪਸ 'ਚ ਮਿਲ ਜਾਂਦੇ ਉਸ ਨੂੰ ਕੀ ਕਿਹਾ ਜਾਂਦਾ ਹੈ, ਵਿਸਰਣ ਜਾਂ ਡਿਫਿਊਜ਼ਨ। ਤਾਪਮਾਨ ਜਦੋਂ ਇਨਕਰੀਜ਼ ਹੁੰਦਾ ਹੈ ਤਾਂ ਵਿਸਰਣ ਦੀ ਗਤੀ ਵੀ ਜਿਹੜੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਅਗਰ ਆਪਾਂ ਇਸ ਨੂੰ ਸਮਝੀਏ, ਮੰਨ ਲਓ ਆਪਾਂ ਪਾਣੀ ਵਿੱਚ ਚੀਨੀ ਘੋਲ ਰਹੇ ਹੈਗੇ ਹਾਂ, ਤਾਂ ਪਾਣੀ ਜਿਹੜਾ ਹੈ ਉਹ ਅਲੱਗ ਪਦਾਰਥ ਹੈ, ਚੀਨੀ ਹੈ ਉਹ ਅਲੱਗ ਪਦਾਰਥ ਹੈ। ਚੀਨੀ ਜਦੋਂ ਪਾਣੀ ਵਿੱਚ ਘੁਲ ਰਹੀ ਹੈ, ਇਟ ਮੀਨਸ ਪਾਣੀ ਵਿੱਚ ਉਸ ਦਾ ਵਿਸਰਣ ਹੋ ਰਿਹਾ ਹੈ। ਅਤੇ ਜੇਕਰ ਆਪਾਂ ਘੋਲਦੇ ਉਸ ਦੀ ਗਤੀ ਨੂੰ ਵਧਾਉਣਾ ਹੈ ਤਾਂ ਆਪਾਂ ਅਗਰ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜੀ ਚੀਨੀ ਹੈ ਬਹੁਤ ਹੀ ਜਲਦੀ ਉਸ ਵਿੱਚ ਘੁਲ ਜਾਵੇਗੀ। ਇਟ ਮੀਨਸ ਜਦੋਂ ਤਾਪਮਾਨ ਨੂੰ ਅਸੀਂ ਇਨਕਰੀਜ਼ ਕਰਦੇ ਹਾਂ ਤਾਂ ਜਿਹੜੀ ਵਿਸਰਣ ਦੀ ਜਿਹੜੀ ਉਸ ਦੀ ਗਤੀ ਹੈ ਉਹ ਵੀ ਇਨਕਰੀਜ਼ ਹੋ ਜਾਂਦੀ ਹੈ। ਤੀਸਰਾ ਜਿਹੜਾ ਪੁਆਇੰਟ ਇਸ 'ਚ ਯਾਦ ਰੱਖਣਾ ਹੈ, ਜਿਹੜੇ ਪਦਾਰਥ ਦੇ ਕਣ ਹਨ ਉਹ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ। ਪਦਾਰਥ ਦੇ ਕਣ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ, ਉਹਨਾਂ ਵਿਚਕਾਰ ਇੱਕ ਤਰੀਕੇ ਦਾ ਬਲ, ਆਪਸੀ ਬਲ ਜਿਹੜਾ ਹੈ ਉਹ ਕੰਮ ਕਰ ਰਿਹਾ ਹੁੰਦਾ ਹੈ, ਜਿਹਦੇ ਕਾਰਨ ਉਹ ਕਣ ਇੱਕ ਦੂਸਰੇ ਨੂੰ ਆਪਸ ਵੱਲ ਖਿੱਚ ਕੇ ਪਕੜ ਕੇ ਰੱਖਦੇ ਹਨ, ਤਾਂ ਜਿਸ ਕਾਰਨ ਜਿਹੜੀਆਂ ਵੱਖ ਵੱਖ ਵਸਤੂਆਂ ਦਾ ਨਿਰਮਾਣ ਹੁੰਦਾ ਹੈ, ਵੱਖ ਵੱਖ ਪਦਾਰਥਾਂ ਦਾ, ਵਸਤੂਆਂ ਦਾ ਜਿਹੜਾ ਨਿਰਮਾਣ ਹੈ ਉਹ ਇਸੇ ਆਕਰਸ਼ਣ ਬਲ ਦੇ ਕਾਰਨ ਹੁੰਦਾ ਹੈ। ਕਿਸੇ ਵਸਤੂ ਦੀ ਕਠੋਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਵੀ ਉਹਨਾਂ ਦੇ ਕਣਾਂ ਵਿਚਕਾਰ ਲੱਗਣ ਵਾਲਾ ਬਲ ਕਿੰਨਾ ਸਟਰੋਂਗ ਹੈ। ਅਗਰ ਕਿਸੇ ਪਦਾਰਥ ਦੇ ਕਣਾਂ ਵਿੱਚ ਲੱਗਣ ਵਾਲਾ ਜਿਹੜਾ ਉਸਦਾ ਬਲ ਹੈ ਉਹ ਸਟਰੋਂਗ ਹੈ ਤਾਂ ਵਸਤੂ ਜਿਹੜੀ ਹੈਗੀ ਉਹ ਕਠੋਰ ਹੋਏਗੀ। ਜਿਵੇਂ ਜਿਵੇਂ ਬਲ ਦੀ ਮਾਤਰਾ ਘਟਦੀ ਜਾਏਗੀ, ਵਸਤੂ ਦੀ ਜਿਹੜੀ ਕਠੋਰਤਾ ਹੈ ਉਹ ਕਮ ਹੁੰਦੀ ਜਾਏਗੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪਦਾਰਥ ਦੀਆਂ ਅਵਸਥਾਵਾਂ, ਤਾਂ ਪਦਾਰਥ ਜਿਹੜਾ ਤਿੰਨ ਅਵਸਥਾਵਾਂ ਵਿੱਚ ਮੌਜੂਦ ਹੈਗਾ ਹੈ, ਠੋਸ, ਤਰਲ ਅਤੇ ਗੈਸ। ਉਸ ਤੋਂ ਬਾਅਦ ਇੱਕ ਇੱਕ ਨੂੰ ਪੜ੍ਹਨ ਦੀ ਬਜਾਏ ਅਸੀਂ ਉਹਨਾਂ ਦਾ ਕੰਪੈਰੀਜ਼ਨ ਹੀ ਕਰ ਲੈਂਦੇ ਹਾਂ ਵੀ ਇਹਨਾਂ ਤਿੰਨਾਂ ਵਿੱਚ ਕੀ ਡਿਫਰੈਂਸ ਹੈ, ਤਾਂ ਜੀ ਸਾਡੇ ਕੋਲ ਇਹ ਗੱਲ ਕਲੀਅਰ ਹੋ ਜੇ ਵੀ ਕਿਹੜੀਆਂ ਕਿਹੜੀਆਂ ਅਵਸਥਾਵਾਂ ਹੈਗੀਆਂ ਪਦਾਰਥਾਂ ਦੀਆਂ। ਸਭ ਤੋਂ ਪਹਿਲਾਂ ਠੋਸ। ਠੋਸ ਦਾ ਆਕਾਰ ਅਤੇ ਆਇਤਨ ਨਿਸ਼ਚਿਤ ਹੁੰਦਾ ਹੈ। ਠੋਸ ਦਾ ਆਕਾਰ ਜਿਹੜਾ ਹੈ ਉਹ ਨਿਸ਼ਚਿਤ ਹੁੰਦਾ ਹੈ ਅਤੇ ਆਇਤਨ ਵੀ ਨਿਸ਼ਚਿਤ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਕੋਈ ਵੀ ਚੀਜ਼ਾਂ ਲੈ ਲਓ, ਭਾਵੇਂ ਆਪਣੇ ਆਲੇ ਦੁਆਲੇ ਦੇ ਵਿੱਚ, ਜਿਵੇਂ ਇੱਟ ਹੈ ਜਾਂ ਕੋਈ ਆਪਣੇ ਕੋਲ ਬੁੱਕ ਹੈ, ਕਿਤਾਬ ਹੈਗੀ ਹੈ ਆਪਣੇ ਕੋਲ, ਜਾਂ ਪੈਨ ਹੈ, ਇਹ ਸਾਰੀਆਂ ਚੀਜ਼ਾਂ ਇਹਨਾਂ ਦਾ ਆਕਾਰ ਕੀ ਹੈ, ਨਿਸ਼ਚਿਤ ਹੈ, ਅਤੇ ਇਹਨਾਂ ਦਾ ਆਇਤਨ ਵੀ ਕੀ ਹੈ, ਨਿਸ਼ਚਿਤ ਹੈ। ਇਸ ਲਈ ਠੋਸ ਜਿਹੜੇ ਹੁੰਦੇ ਉਹਨਾਂ ਦਾ ਆਕਾਰ ਅਤੇ ਆਇਤਨ ਕੀ ਹੁੰਦਾ ਹੈ, ਨਿਸ਼ਚਿਤ। ਜਿਹੜਾ ਦਰਵ ਹੁੰਦੇ ਹੈ ਇਹਨਾਂ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ, ਆਇਤਨ ਨਿਸ਼ਚਿਤ ਹੁੰਦਾ ਹੈ। ਦਰਵ ਦੇ ਵਿੱਚ ਅਗਰ ਆਪਾਂ ਗੱਲ, ਜਿਵੇਂ ਪਾਣੀ ਹੈ, ਹੁਣ ਪਾਣੀ ਨੂੰ ਜਿਸ ਭਾਂਡੇ 'ਚ ਪਾਵਾਂਗੇ ਉਸ ਦਾ ਆਕਾਰ ਗ੍ਰਹਿਣ ਕਰ ਲਏ। ਜਿਵੇਂ ਗਲਾਸ 'ਚ ਪਾਓਗੇ ਤਾਂ ਗਲਾਸ ਦਾ ਆਕਾਰ, ਕਿਸੇ ਕੋਲੇ 'ਚ ਪਾਓਗੇ ਤਾਂ ਕੋਲੇ ਦਾ ਆਕਾਰ ਲੈ ਲਏਗਾ ਉਹ। ਇਸ ਤਰੀਕੇ ਨਾਲ ਜਿਹੜਾ ਦਰਵ ਹੈ ਜਾਂ ਤਰਲ ਜਿਹੜਾ ਹੈਗਾ ਹੈ
ਉਸਦਾ ਆਕਾਰ ਜਿਹੜਾ ਉਹ ਨਿਸ਼ਚਿਤ ਨਹੀਂ ਹੁੰਦਾ, ਉਸਦਾ ਆਇਤਨ ਨਿਸ਼ਚਿਤ ਹੁੰਦਾ ਹੈ। ਤੇ ਜਿਹੜੀ ਗੈਸ ਹੈ ਉਸਦਾ ਨਾ ਤਾਂ ਆਕਾਰ ਨਿਸ਼ਚਿਤ ਹੁੰਦਾ ਹੈ ਤੇ ਨਾ ਹੀ ਉਸਦਾ ਆਇਤਨ ਨਿਸ਼ਚਿਤ ਹੁੰਦਾ ਹੈ। ਹੁਣ ਇਹ ਨਹੀਂ ਆਪਾਂ ਗਿਲਾਸ 'ਚ ਹਵਾ ਨੂੰ ਇਕੱਠਾ ਕਰ ਸਕਦੇ। ਹਵਾ ਆਪਣੇ ਆਸੇ ਪਾਸੇ ਮੌਜੂਦ ਹੈ, ਉਸਨੂੰ ਅਸੀਂ ਦੇਖ ਨਹੀਂ ਸਕਦੇ ਬਟ ਮੌਜੂਦ ਹੈ ਆਪਣੇ ਆਸੇ ਪਾਸੇ। ਉਸਦਾ ਕੋਈ ਨਿਸ਼ਚਿਤ ਆਕਾਰ ਜਾਂ ਆਇਤਨ ਉਸਦਾ ਨਹੀਂ ਹੁੰਦਾ। ਦੂਸਰੀ ਜਿਹੜੀ ਗੱਲ ਹੈ, ਕਣਾਂ ਦੇ ਵਿਚਕਾਰ ਜਿਹੜੀ ਖਾਲੀ ਥਾਂ ਹੈ ਉਹ ਸਭ ਤੋਂ ਘੱਟ ਹੁੰਦੀ ਹੈ। ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇਹਨਾਂ ਦੇ ਵਿਚਕਾਰ ਆਪਸੀ ਬਲ ਇੱਕ ਕੰਮ ਕਰ ਰਿਹਾ ਹੁੰਦਾ ਹੈ, ਜਿਹੜੇ ਇੱਕ ਦੂਸਰੇ ਨੂੰ ਖਿੱਚ ਕੇ ਰੱਖਦੇ ਹੈਗੇ। ਜਿੰਨੇ ਉਹ ਟਾਈਟਲੀ ਜਾਂ ਕੋਲ ਹੋਣਗੇ ਉਹ ਵਸਤੂ ਜਿਹੜੀ ਹੈ ਉਹ ਕਠੋਰ ਹੋਏਗੀ, ਉਹ ਠੋਸ ਹੋਏਗੀ। ਉਹਨਾਂ ਦੇ ਵਿਚਕਾਰ ਜੋ ਦੂਰੀ ਵੱਧਦੀ ਜਾਏਗੀ ਤਾਂ ਉਹ ਦਰਵ ਤੋਂ ਬਾਅਦ ਗੈਸ 'ਚ ਬਦਲਣਾ ਸ਼ੁਰੂ ਹੋ ਜਾਂਦੇ ਹਨ। ਇਹਦੇ ਵਿੱਚ ਜਿਹੜੀ ਕਣਾਂ ਵਿਚਕਾਰਲੀ ਖਾਲੀ ਥਾਂ ਹੈ ਠੋਸ ਤੋਂ ਜਿਹੜੀ ਹੈ ਥੋੜ੍ਹੀ ਵੱਧ ਹੁੰਦੀ ਹੈ, ਬਟ ਜਿਹੜੀ ਗੈਸ ਹੈ ਠੋਸ ਤੋਂ ਇਹ ਥੋੜ੍ਹਾ ਗਲਤ ਲਿਖਿਆ ਗਿਆ ਹੈ, ਇਹ ਠੋਸ ਵਿੱਚ ਸਭ ਤੋਂ ਘੱਟ ਹੈਗੀ ਹੈ। ਠੀਕ ਹੈ, ਇਹਦੇ ਵਿੱਚ ਠੋਸ ਤੋਂ ਵੱਧ ਹੁੰਦੀ ਹੈ ਬਟ ਗੈਸਾਂ ਤੋਂ ਜਿਹੜੀ ਹੈ ਉਹ ਘੱਟ ਹੁੰਦੀ ਹੈ ਆਪਣੇ ਕੋਲ ਦੂਰੀ। ਅਤੇ ਜਿਹੜੀ ਸਭ ਤੋਂ ਜਿਹੜੀ ਦੂਰੀ ਹੈ ਖਾਲੀ ਥਾਂ ਹੈਗੀ ਹੈ, ਜਿਹੜੀ ਸਭ ਤੋਂ ਵੱਧ ਜਿਹੜੀ ਹੈਗੀ ਹੈ ਉਹ ਗੈਸਾਂ ਵਿੱਚ ਹੁੰਦੀ ਹੈ। ਤਾਂ ਇਹ ਚੀਜ਼ ਥੋੜ੍ਹਾ ਕਰੈਕਟ ਕਰ ਲਿਆ ਜੀ ਵੀ ਠੋਸ ਵਿੱਚ ਜਿਹੜੀ ਹੈ ਠੋਸਾਂ ਤੋਂ ਜਿਹੜੀ ਹੈ ਵੱਧ ਹੁੰਦੀ ਹੈ ਖਾਲੀ ਥਾਂ ਜਿਹੜੀ ਹੈਗੀ ਆਪਣੇ ਕੋਲ। ਜਦੋਂ ਆਪਾਂ ਖਿੱਚ ਬਲ ਦੀ ਗੱਲ ਕਰਦੇ ਹਾਂ ਤਾਂ ਖਿੱਚ ਬਲ ਜਿਹੜਾ ਹੈ ਇਹਨਾਂ ਦੇ ਕਣਾਂ ਦੇ ਵਿਚਕਾਰ ਜਿਹੜਾ ਲੱਗ ਰਿਹਾ ਹੈਗਾ ਉਹ ਸਭ ਤੋਂ ਵੱਧ ਠੋਸ ਵਿੱਚ ਹੁੰਦਾ ਹੈ। ਤਰਲ ਵਿੱਚ ਠੋਸ ਤੋਂ ਘੱਟ ਹੁੰਦਾ ਹੈ, ਗੈਸਾਂ ਵਿੱਚ ਸਭ ਤੋਂ ਘੱਟ ਹੁੰਦਾ ਹੈ। ਉਸ ਤੋਂ ਬਾਅਦ ਨਿਪੀੜਨ ਨਹੀਂ ਕੀਤਾ ਜਾ ਸਕਦਾ। ਨਿਪੀੜਨ ਹੁੰਦਾ ਦਬਾਉਣਾ। ਜਿਵੇਂ ਆਪਾਂ ਇੱਟ ਨੂੰ ਦਬਾ ਕੇ ਦੇਖੀਏ ਕਿ ਆਪਾਂ ਉਸ ਨੂੰ ਦਬਾ ਸਕਦੇ ਹਾਂ। ਲੋਹੇ ਦਾ ਟੁਕੜਾ ਲੈ ਕੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਉਸ ਨੂੰ ਦਬਾ ਸਕਦੇ ਹਾਂ, ਨਹੀਂ। ਤਾਂ ਇਹਨਾਂ ਦਾ ਨਿਪੀੜਨ ਜਿਹੜਾ ਹੈ ਉਹ ਨਹੀਂ ਹੁੰਦਾ ਜਾਂ ਨਾ ਦੇ ਬਰਾਬਰ ਹੁੰਦਾ ਹੈ। ਦੂਸਰਾ ਜਿਹੜਾ ਤਰਲ ਹੈ ਜਾਂ ਦਰਵ ਹੈ ਉਹਨਾਂ ਵਿੱਚ ਨਾਮਾਤਰ ਨਿਪੀੜਨ ਹੈ। ਆਪਾਂ ਕਿਸੇ ਜਿਵੇਂ ਪਿਚਕਾਰੀ ਵਿੱਚ ਪਾਣੀ ਪਾ ਕੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਅਗਲੇ ਪਾਸੇ ਬੰਦ ਕਰਕੇ, ਤਾਂ ਉਹ ਨਾਮਾਤਰੀ ਉਸ 'ਚ ਫਰਕ ਪਏਗਾ, ਮਤਲਬ ਉਸ ਨੂੰ ਦਬਾਇਆ ਨਹੀਂ ਜਾ ਸਕਦਾ। ਤਾਂ ਇਹ ਵੀ ਯਾਦ ਰੱਖਣਾ ਹੈ ਵੀ ਨਾਮਾਤਰ ਨਿਪੀੜਨ ਹੈ ਜਿਹੜਾ ਤਰਲ ਅਵਸਥਾ ਦੇ ਵਿੱਚ ਹੁੰਦਾ ਹੈ। ਗੈਸਾਂ ਵਿੱਚ ਜਿਹੜਾ ਹੈ ਨਿਪੀੜਨ ਸਭ ਤੋਂ ਵੱਧ ਹੁੰਦਾ ਹੈ। ਤਾਂ ਇਹ ਧਿਆਨ ਰੱਖਿਆ ਜੀ, ਗੈਸਾਂ ਵਿੱਚ ਨਿਪੀੜਨ ਜਿਹੜਾ ਹੈ ਜਾਂ ਕੰਪਰੈਸ਼ਨ ਆਪਾਂ ਬੋਲ ਸਕਦੇ ਹਾਂ ਇੰਗਲਿਸ਼ 'ਚ, ਕੰਪਰੈਸ਼ਨ ਜਿਹੜਾ ਹੈ ਉਹ ਗੈਸਾਂ ਵਿੱਚ ਸਭ ਤੋਂ ਵੱਧ ਹੁੰਦਾ ਹੈ। ਹੁਣ ਉਸ ਤੋਂ ਬਾਅਦ ਹੁਣ ਇਹਨਾਂ ਦੇ ਕੁਝ ਐਗਜ਼ਾਮਪਲਸ ਹੈਗੀਆਂ ਜਿਵੇਂ ਵਰਕ ਕਰਦਾ ਹੈ। ਜਿਵੇਂ ਪਾਣੀ ਦੀ ਸਤਹ ਤੋਂ O2 ਅਤੇ CO2 ਦਾ ਸੋਖਣ ਪ੍ਰਸਰਣ ਦੁਆਰਾ ਹੁੰਦਾ ਹੈ। ਹੁਣ ਆਪਾਂ ਪਹਿਲਾਂ ਉੱਪਰ ਐਗਜ਼ਾਮਪਲਸ ਪੜ੍ਹੀਆਂ ਸੀਗੀਆਂ। ਇਹ ਕੁਐਸਚਨ ਆ ਸਕਦਾ ਹੈ ਵੀ ਪਾਣੀ ਦੇ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਹਨ ਉਹ ਆਕਸੀਜਨ ਦੀ ਵਰਤੋਂ ਕਰਦੇ ਹਨ, ਜਾਂ ਜਲੀ ਪੌਦੇ ਹੈਗੇ ਆ ਉਹ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰ ਰਹੇ ਹੈਗੇ, ਤਾਂ ਉਹਨਾਂ ਨੂੰ ਆਕਸੀਜਨ ਕਿੱਥੋਂ ਮਿਲਦੀ ਹੈ? ਤਾਂ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹੈ ਨਾ। ਤਾਂ ਪਾਣੀ ਵਿੱਚ ਆਕਸੀਜਨ ਘੁਲਦੀ ਕਿੱਥੋਂ ਹੈ? ਤਾਂ ਵਾਯੂਮੰਡਲ ਵਿੱਚ ਮੌਜੂਦ ਜਿਹੜੀ ਆਕਸੀਜਨ ਹੈ ਉਹ ਵਿਸਰਜਨ ਦੇ ਪ੍ਰਸਰਣ ਜਾਂ ਵਿਸਰਜਨ ਜਾਂ ਡਿਫਿਊਜ਼ਨ ਦੇ ਮਾਧਿਅਮ ਦੇ ਰਾਹੀਂ ਪਾਣੀ ਵਿੱਚ ਜਿਹੜੀ ਹੈ ਮਿਕਸ ਹੁੰਦੀ ਰਹਿੰਦੀ ਹੈ। ਤਾਂ ਇਹ ਆਪਾਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ। ਹੁਣ ਕੁਝ ਜਿਹੜਾ ਉੱਪਰ ਆਪਾਂ ਪੜ੍ਹਿਆ ਸੀ ਜਿਹੜਾ ਨਿਪੀੜਨ, ਤਾਂ ਨਿਪੀੜਨ ਦੇ ਲਈ ਕੁਝ ਦੋ ਐਗਜ਼ਾਮਪਲਸ ਆਪਣੇ ਕੋਲ ਹੈਗੀਆਂ ਜਿਹੜੀਆਂ ਯਾਦ ਰੱਖਣੀਆਂ ਹੈਗੀਆਂ। ਗੈਸਾਂ ਜਿਹੜੀਆਂ ਮੌਜੂਦ ਹੈਗੀਆਂ ਜਿਵੇਂ CNG ਹੈ, ਇਸ ਦੀ ਫੁੱਲ ਫੋਰਮ ਯਾਦ ਰੱਖਣੀ ਹੈ ਕੰਪਰੈਸਡ ਨੈਚੁਰਲ ਗੈਸ। ਇੱਕ ਹੈ LPG ਲਿਕੁਇਡ ਪੈਟਰੋਲੀਅਮ ਗੈਸ, ਇਹ ਆਪਾਂ ਘਰੇ ਯੂਜ਼ ਕਰਦੇ ਹਾਂ, CNG ਵਾਹਨਾਂ ਵਿੱਚ ਯੂਜ਼ ਹੁੰਦੀ ਹੈ। ਤਾਂ ਇਹ ਜਿਹੜੀ ਹੈ ਕੰਪਰੈਸਡ ਫੋਰਮ 'ਚ ਆਉਂਦੀਆਂ ਹੈਗੀਆਂ ਸਿਲੰਡਰਸ ਦੇ ਵਿੱਚ। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਇਹ ਕੀ ਪਦਾਰਥ ਆਪਣੀ ਅਵਸਥਾ ਨੂੰ ਚੇਂਜ ਕਰ ਸਕਦਾ ਹੈ? ਅਸੀਂ ਉੱਪਰ ਪਦਾਰਥਾਂ ਦੀਆਂ 3 ਅਵਸਥਾਵਾਂ ਪੜ੍ਹ ਚੁੱਕੇ ਹੈਗੇ, ਠੋਸ, ਤਰਲ ਅਤੇ ਗੈਸ। ਕੀ ਉਹਨਾਂ ਨੂੰ ਆਪਸ 'ਚ ਅਸੀਂ ਬਦਲ ਸਕਦੇ ਹਾਂ? ਤਾਂ ਇਸ ਵਿੱਚ ਆਪਾਂ ਦੇਖਦੇ ਹਾਂ ਠੋਸ ਅਵਸਥਾ ਨੂੰ ਅਗਰ ਅਸੀਂ ਤਾਪ ਵਧਾਈਏ, ਤਾਪ ਅਗਰ ਉਸ ਨੂੰ ਦਈਏ, ਉਸ ਨੂੰ ਗਰਮ ਕਰੀਏ ਤਾਂ ਉਹ ਦਰਵ ਅਵਸਥਾ ਵਿੱਚ ਆ ਜਾਂਦਾ ਹੈ। ਇਹ ਡਿਫਰੈਂਸ ਹੁੰਦਾ ਹੈ ਵੱਖ ਵੱਖ ਪਦਾਰਥਾਂ ਲਈ ਵੱਖ ਵੱਖ ਹੈ ਉਸਦਾ, ਵੀ ਉਸਦਾ ਪਿਘਲਾਓ ਦਰਜਾ ਕਿੰਨਾ ਹੈ, ਉਸਦਾ ਉਬਾਲ ਦਰਜਾ ਕਿੰਨਾ, ਉਹ ਵੱਖ ਵੱਖ ਹੁੰਦਾ ਹੈ ਵਸਤੂਆਂ ਦਾ, ਪਦਾਰਥਾਂ ਦਾ। ਤਾਂ ਇਹਦੇ ਵਿੱਚ ਅਗਰ ਆਪਾਂ ਠੋਸ ਅਵਸਥਾ 'ਚੋਂ ਅਗਰ ਦਰਵ ਅਵਸਥਾ ਵਿੱਚ ਬਦਲਣਾ ਹੈ ਤਾਂ ਆਪਾਂ ਉਸ ਨੂੰ ਗਰਮ ਕਰਾਂਗੇ। ਅਗਰ ਦਰਵ ਨੂੰ ਆਪਾਂ ਗੈਸ ਵਿੱਚ ਬਦਲਣਾ ਹੈ ਤਾਂ ਫਿਰ ਉਸ ਨੂੰ ਹੋਰ ਤਾਪ ਅਸੀਂ ਦਿਆਂਗੇ, ਉਸ ਨੂੰ ਹੋਰ ਗਰਮ ਕਰਾਂਗੇ ਤਾਂ ਉਹ ਗੈਸ ਵਾਲੀ ਅਵਸਥਾ ਵਿੱਚ ਕਨਵਰਟ ਹੋ ਜਾਏਗਾ। ਇਸ ਦਾ ਉਲਟ, ਜੇਕਰ ਅਸੀਂ ਗੈਸੀ ਅਵਸਥਾ ਵਿੱਚ ਕੋਈ ਚੀਜ਼ ਹੈ ਉਸ ਨੂੰ ਅਗਰ ਆਪਾਂ ਦਰਵ ਅਵਸਥਾ ਵਿੱਚ ਬਦਲਣਾ ਹੈ ਤਾਂ ਉਸ ਨੂੰ ਠੰਡਾ ਕਰਨਾ ਪਏਗਾ। ਟੈਂਪਰੇਚਰ ਜਾਂ ਤਾਪਮਾਨ ਜਿਹੜਾ ਹੈ ਆਪਾਂ ਅਗਰ ਘਟਾਵਾਂਗੇ ਤਾਂ ਉਹ ਦਰਵ ਅਵਸਥਾ ਵਿੱਚ ਕਨਵਰਟ ਹੋ ਜਾਏਗਾ। ਉਸ ਤੋਂ ਬਾਅਦ ਜਿਹੜਾ ਦਰਵ ਹੈ ਉਸ ਨੂੰ ਅਗਰ ਠੋਸ ਅਵਸਥਾ ਵਿੱਚ ਲੈ ਕੇ ਆਉਣਾ ਹੈ ਤਾਂ ਉਸ ਨੂੰ ਹੋਰ ਠੰਡਾ ਕਰੀਏ, ਆਪਾਂ ਉਸ ਨੂੰ ਹੋਰ ਠੰਡਾ ਕਰਾਂਗੇ ਤਾਂ ਉਹ ਠੋਸ ਅਵਸਥਾ ਵਿੱਚ ਆ ਜਾਏਗਾ। ਉਦਾਹਰਨ ਦੇ ਤੌਰ 'ਤੇ ਜਿਹੜੀ ਨੋਰਮਲ ਐਗਜ਼ਾਮਪਲ ਆਪਾਂ ਛੋਟੀਆਂ ਕਲਾਸਾਂ 'ਚ ਵੀ ਪੜ੍ਹਦੇ ਆਏ ਹੈਗੇ ਹਾਂ, ਜਿਵੇਂ ਪਾਣੀ ਹੈ, ਪਾਣੀ ਤਿੰਨੋਂ ਅਵਸਥਾ ਵਿੱਚ ਹੁੰਦਾ ਹੈ, ਬਰਫ਼ ਦੇ ਵਿੱਚ ਅਤੇ ਭਾਫ਼ ਦੇ ਰੂਪ ਵਿੱਚ ਵੀ ਹੁੰਦਾ ਹੈ। ਅਤੇ ਪਾਣੀ ਦਰਵ ਅਵਸਥਾ ਵਿੱਚ ਆਪਾਂ ਨੋਰਮਲ ਦੇਖਣ ਨੂੰ ਜਿਹੜਾ ਮਿਲਦਾ ਆਪਾਂ ਨੂੰ ਪਾਣੀ ਜਿਹੜਾ ਅਸੀਂ ਪੀਂਦੇ ਹੈਗੇ ਹਾਂ। ਤਾਂ ਜਿਹੜਾ
ਇਹ ਅਵਸਥਾਵਾਂ ਹੈਗੀਆਂ ਤਿੰਨੇ ਆਪਸ 'ਚ ਇੰਟਰਚੇਂਜ ਹੁੰਦੀਆਂ ਰਹਿੰਦੀਆਂ ਨੇ। ਉਹ ਡਿਪੈਂਡ ਕਰਦਾ ਹੈ ਉਸ ਨੂੰ ਆਪਾਂ ਤਾਪਮਾਨ ਵਧਾਉਂਦੇ ਜਾਈਏ ਤਾਂ ਠੋਸ ਤੋਂ ਦਰਵ, ਦਰਵ ਤੋਂ ਗੈਸ 'ਚ ਬਦਲਦਾ ਹੈ। ਜੇ ਉਹਨੂੰ ਠੰਡਾ ਕਰੀ ਜਾਈਏ, ਅਗਰ ਗੈਸ ਹੈ ਉਸ ਨੂੰ ਅਗਰ ਅਸੀਂ ਠੰਡਾ ਕਰਦੇ ਜਾਈਏ ਤਾਂ ਉਹ ਪਹਿਲਾਂ ਦਰਵ ਅਵਸਥਾ 'ਚ ਆਏਗਾ, ਫਿਰ ਉਸ ਨੂੰ ਠੋਸ ਅਵਸਥਾ ਵਿੱਚ ਬਦਲਿਆ ਜਾ ਸਕਦਾ ਹੈ। ਅੱਗੇ ਜਿਹੜੀ ਚੀਜ਼ ਧਿਆਨ ਰੱਖਣ ਵਾਲੀ ਪਿੱਛੇ ਆਪਾਂ ਪੜ੍ਹੀ ਸੀਗੀ ਵੀ ਤਾਪਮਾਨ ਜਦੋਂ ਵਧਾਵਾਂਗੇ ਆਪਾਂ ਕਣਾਂ ਦੀ ਗਤਿਜ ਊਰਜਾ ਉਹ ਇਨਕਰੀਜ਼ ਹੁੰਦੀ ਜਾਂਦੀ ਹੈ। ਹੁੰਦਾ ਕੀ ਹੈ, ਠੋਸ ਅਵਸਥਾ ਤੋਂ ਜਦੋਂ ਅਸੀਂ ਗਰਮ ਕਰਦੇ ਹਾਂ ਉਹ ਦਰਵ ਅਵਸਥਾ ਵਿੱਚ ਕਿਉਂ ਬਦਲਦਾ ਹੈ? ਤਾਂ ਜਦੋਂ ਅਸੀਂ ਤਾਪਮਾਨ ਦਿੰਦੇ ਹਾਂ ਤਾਂ ਜਿਹੜੀ ਕਣ ਹੈਗੀ ਹੈ, ਕਣ ਜਿਹੜੇ ਹੈ ਉਹ ਗਤਿਜ ਊਰਜਾ ਉਹਨਾਂ ਦੀ ਇਨਕਰੀਜ਼ ਹੋ ਜਾਂਦੀ ਹੈ। ਅਸਲ 'ਚ ਕੀ ਹੈ, ਠੋਸ 'ਚ ਕਣ ਜਿਹੜੇ ਟਾਈਟਲੀ ਬੌਂਡ ਹੈਗੇ ਆਪਸ 'ਚ ਆਕਰਸ਼ਣ ਬਲ ਦੇ ਕਾਰਨ, ਬਟ ਜਦੋਂ ਉਸ ਨੂੰ ਐਨਰਜੀ ਮਿਲਦੀ ਹੈ ਤਾਂ ਉਹ ਉੱਥੋਂ ਉਸ ਜਿਹੜਾ ਆਕਰਸ਼ਣ ਬਲ ਉਸ ਦਾ ਕਮਜ਼ੋਰ ਹੋ ਜਾਂਦਾ ਹੈ। ਉਸ 'ਚ ਇੰਨੀ ਐਨਰਜੀ ਆ ਜਾਂਦੀ ਹੈ ਕਣ ਦੇ ਵਿੱਚ ਵੀ ਉਹ ਉੱਥੋਂ ਜਿਹੜਾ ਮੂਵ ਕਰਨਾ ਸ਼ੁਰੂ ਕਰ ਦਿੰਦਾ ਹੈ, ਉਸ ਦੀ ਮੂਵਮੈਂਟ ਜਿਹੜੀ ਉਹ ਵੱਧ ਜਾਂਦੀ ਹੈ। ਤਾਂ ਉਸ ਕਾਰਨ ਜਿਹੜਾ ਹੈ ਉਹ ਦਰਵ ਅਵਸਥਾ ਵਿੱਚ ਕਨਵਰਟ ਹੋ ਜਾਂਦਾ, ਕਿਉਂਕਿ ਦਰਵ ਦੇ ਵਿੱਚ ਕਣ ਜਿਹੜੇ ਹੈਗੇ ਫ੍ਰੀਲੀ ਮੂਵ ਕਰਦੇ ਹੈ, ਕਿਉਂਕਿ ਉਸ ਦੀ ਕੋਈ ਸ਼ੇਪ ਨਹੀਂ ਹੁੰਦੀ, ਤਾਂ ਹੀ ਤਾਂ ਉਸ ਦੀ ਕੋਈ ਆਕਾਰ ਨਹੀਂ ਹੁੰਦਾ, ਕਿਉਂਕਿ ਉਸ ਦੇ ਕਣ ਜਿਹੜੇ ਹੈ ਮੂਵਮੈਂਟ ਕਰਦੇ ਹੈ। ਇਸ ਲਈ ਜਿਹੜਾ ਹੈ ਦਰਵ ਅਵਸਥਾ ਵਿੱਚ ਆ ਜਾਂਦਾ ਹੈ। ਅਗਰ ਉਸ ਨੂੰ ਹੋਰ ਆਪਾਂ ਜ਼ਿਆਦਾ ਐਨਰਜੀ ਦਈਏ ਤਾਂ ਉਹ ਇੰਨੀ ਐਨਰਜੀ ਆ ਜਾਂਦੀ ਹੈ ਵੀ ਉਹ ਉਸ ਤੋਂ ਦਰਵ ਤੋਂ ਵੀ ਵੱਖ ਹੋ ਕੇ ਕਣ ਜਿਹੜਾ ਹੈ ਹਵਾ ਵਿੱਚ ਜਿਹੜਾ ਹੈ ਹਵਾ ਦੀ ਫੋਮ 'ਚ, ਗੈਸ ਦੀ ਫੋਮ 'ਚ ਜਿਹੜਾ ਉਹ ਕਨਵਰਟ ਹੋ ਜਾਂਦਾ ਹੈ। ਤਾਂ ਸਾਰੀ ਗੱਲ ਜਿਹੜੀ ਹੈਗੀ ਹੈ ਉਹ ਕਣਾਂ ਦੀ ਕਾਈਨੇਟਿਕ ਐਨਰਜੀ ਦੀ ਹੈ, ਉਸ ਦੀ ਗਤਿਜ ਊਰਜਾ ਦੀ ਹੈ। ਜਿਵੇਂ ਅਸੀਂ ਠੰਡਾ ਕਰਾਂਗੇ ਤਾਂ ਉਸ ਦੀ ਊਰਜਾ ਕੀ ਹੋਏਗਾ, ਉਸ ਦੀ ਊਰਜਾ ਘੱਟ ਹੁੰਦੀ ਜਾਏਗੀ। ਜਿਵੇਂ ਜਿਵੇਂ ਉਸ ਦੀ ਊਰਜਾ ਘੱਟ ਹੋਏਗੀ ਉਸ ਦੇ ਵਿੱਚ ਸਟੇਬਿਲਿਟੀ ਆਉਂਦੀ ਜਾਏਗੀ। ਤਾਂ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਵੀ ਸਾਰਾ ਕੁਝ ਜਿਹੜੀ ਅਵਸਥਾਵਾਂ ਦਾ ਚੇਂਜ ਹੈ ਉਹ ਕਾਈਨੇਟਿਕ ਐਨਰਜੀ ਉੱਪਰ ਡਿਪੈਂਡੈਂਟ ਹੈ। ਤਾਂ ਉਸ ਨੂੰ ਆਪਾਂ ਉਸ ਦੀ ਕੀ ਬੋਲਦੇ ਹਾਂ, ਕਣਾਂ ਦੀ ਗਤਿਜ ਊਰਜਾ। ਅਤੇ ਜਿਹੜਾ ਪ੍ਰਭਾਵ ਹੈ ਤਾਪਮਾਨ ਦਾ, ਇਹ ਯਾਦ ਰੱਖਣਾ ਹੈ ਵੀ ਤਾਪਮਾਨ ਵਧਾਉਣ ਨਾਲ ਕਣਾਂ ਦੀ ਜਿਹੜੀ ਕਾਈਨੇਟਿਕ ਐਨਰਜੀ ਹੈ ਉਹ ਇਨਕਰੀਜ਼ ਹੁੰਦੀ ਹੈ। ਹੁਣ ਜਿਵੇਂ ਠੋਸ ਹੈ, ਠੋਸ ਪਿਘਲਦਾ ਹੈ ਤਾਂ ਉਹ ਦਰਵ ਬਣਦਾ ਹੈ, ਦਰਵ ਨੂੰ ਜਦੋਂ ਉਬਲਦਾ ਹੈ ਤਾਂ ਉਹ ਗੈਸ ਅਵਸਥਾ ਵਿੱਚ ਆ ਜਾਂਦਾ ਹੈ। ਹੁਣ ਇਹ ਦੇਖੋ, ਇੱਕ ਹੁੰਦਾ ਹੈ ਪਿਘਲਾਓ ਦਰਜਾ, ਇੱਕ ਹੁੰਦਾ ਹੈ ਉਬਾਲ ਦਰਜਾ। ਇਸ ਨੂੰ ਯਾਦ ਰੱਖਣਾ ਹੈ ਤੁਸੀਂ। ਕੋਈ ਠੋਸ ਜਿਸ ਤਾਪਮਾਨ ਦੇ ਉੱਪਰ ਪਿਘਲਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਸ ਦਾ ਪਿਘਲਾਓ ਦਰਜਾ ਕਿਹਾ ਜਾਂਦਾ ਹੈ। ਅਤੇ ਕੋਈ ਦਰਵ ਜਾਂ ਤਰਲ ਜਦੋਂ ਇਸ ਨੂੰ ਗਰਮ ਕਰਦੇ ਹੈਗੇ ਆ, ਜਦੋਂ ਉਬਲਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਸ ਦਾ ਉਬਾਲ ਦਰਜਾ ਕਿਹਾ ਜਾਂਦਾ ਹੈ। ਤਾਂ ਵੱਖ-ਵੱਖ ਵਸਤੂਆਂ ਦਾ ਇਹ ਪਿਘਲਾਓ ਦਰਜਾ ਅਤੇ ਉਬਾਲ ਦਰਜਾ ਵੱਖ-ਵੱਖ ਹੁੰਦਾ ਹੈ। ਹੁਣ ਇੱਥੇ ਇੱਕ ਚੀਜ਼ ਧਿਆਨ ਰੱਖਣ ਵਾਲੀ ਗੱਲ ਜਿਹੜੀ ਆਪਾਂ ਯਾਦ ਰੱਖਣੀ ਹੈ, ਜਿਹੜਾ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਜਿਹੜੀ ਇੰਪੋਰਟੈਂਟ ਹੈ, ਗੁਪਤ ਤਾਪ ਲੇਟੈਂਟ ਹੀਟ ਜਿਹੜੀ ਉਹ ਯਾਦ ਰੱਖਣੀ ਹੈ ਆਪਾਂ। 1 ਕਿਲੋ ਠੋਸ ਨੂੰ ਉਸ ਦੇ ਪਿਘਲਣ ਦਰਜੇ 'ਤੇ ਦਰਵ ਵਿੱਚ ਬਦਲਣ ਲਈ ਜਿੰਨੀ ਤਾਪ ਊਰਜਾ ਦੀ ਲੋੜ ਹੁੰਦੀ ਹੈ ਉਸ ਨੂੰ ਉਸ ਦੀ ਲੇਟੈਂਟ ਹੀਟ ਕਿਹਾ ਜਾਂਦਾ ਹੈ। ਇਸ ਚੀਜ਼ ਨੂੰ ਸਮਝੋ ਹੈ ਕੀ ਚੀਜ਼ ਹੈ। ਪਹਿਲਾਂ ਦੇਖੋ, ਮੰਨ ਲਓ ਇੱਕ ਬਰਫ਼ ਦਾ ਟੁਕੜਾ ਹੈ ਆਪਣੇ ਕੋਲ, ਉਸ ਨੂੰ ਅਸੀਂ ਦਰਵ 'ਚ ਬਦਲਣਾ ਹੈ। ਤਾਂ ਬਰਫ਼ ਦੇ ਟੁਕੜੇ ਨੂੰ ਅਗਰ ਆਪਾਂ ਗਰਮ ਕਰਨਾ ਸ਼ੁਰੂ ਕਰੀਏ ਤਾਂ ਇਹ ਤਾਂ ਨਹੀਂ ਹੈਗਾ ਵੀ 1 ਸੈਕਿੰਡ ਦੇ ਵਿੱਚ ਪਹਿਲਾਂ ਠੋਸ ਦੇ ਵਿੱਚ ਹੈ, ਨਾਲ ਦੀ ਨਾਲ 1 ਸੈਕਿੰਡ ਦੇ ਬਾਅਦ ਉਸ ਦਾ ਦਰਵ ਦੇ ਵਿੱਚ ਆ ਜਾਏਗਾ। ਹੁਣ ਬਰਫ਼ ਦਾ ਤਾਪਮਾਨ ਉੱਥੇ ਕੀ ਹੈ, 0 ਡਿਗਰੀ। ਅਤੇ ਪਾਣੀ ਦਾ ਟੈਂਪਰੇਚਰ ਜਦੋਂ ਮੈਲਟ ਹੋਣਾ ਸ਼ੁਰੂ ਹੋਏਗਾ ਉਹਦਾ ਟੈਂਪਰੇਚਰ ਵੀ ਕੀ ਹੋਏਗਾ, 0। ਟੈਂਪਰੇਚਰ ਸੇਮ ਹੈ ਉਹ ਦੋਵਾਂ ਦਾ। ਥਰਮਾਮੀਟਰ ਨਾਲ ਭਾਵੇਂ ਉਸ ਦੀ ਅਗਰ ਜਾਂਚ ਕਰੀਏ ਨਾ ਆਪਾਂ, ਤਾਂ ਜਿਹੜੀ ਬਰਫ਼ ਹੈ ਉਸ ਦਾ ਟੈਂਪਰੇਚਰ ਵੀ 0 ਡਿਗਰੀ ਸੈਲਸੀਅਸ ਹੈ, ਅਤੇ ਜਿਹੜਾ ਪਾਣੀ ਠੰਡਾ ਹੈਗਾ ਉਸ ਦਾ ਟੈਂਪਰੇਚਰ ਵੀ 0 ਡਿਗਰੀ ਸੈਲਸੀਅਸ ਹੈ। ਤਾਂ ਜਦੋਂ ਆਪਾਂ ਉਸ ਨੂੰ ਗਰਮ ਵੀ ਕਰ ਰਹੇ ਹਾਂ ਬਟ ਉਹਦਾ ਟੈਂਪਰੇਚਰ ਚੇਂਜ ਨਹੀਂ ਹੁੰਦਾ। ਉਸ ਬਰਫ਼ ਦੇ ਟੁਕੜੇ ਦੇ ਕਾਰਨ ਜਿਹੜਾ ਹੈਗਾ ਹੈ, ਅਗਰ ਉਸ 'ਚ ਆਪਾਂ ਥਰਮਾਮੀਟਰ ਲਗਾ ਦਈਏ ਤਾਂ ਟੈਂਪਰੇਚਰ ਚੇਂਜ ਨਹੀਂ ਹੁੰਦਾ। ਤਾਂ ਜਿਹੜਾ 1 ਕਿਲੋਗ੍ਰਾਮ ਕੋਈ ਠੋਸ ਹੈ, ਭਾਵੇਂ ਉਹ ਬਰਫ਼ ਹੈ, ਕੁਛ ਵੀ ਹੈ, ਉਸ ਨੂੰ ਅਗਰ ਆਪਾਂ ਕਨਵਰਟ ਕਰਨਾ ਹੈ ਕੰਪਲੀਟ ਲਿਕੁਇਡ ਦੇ ਵਿੱਚ ਤਾਂ ਕੁਛ ਸਮਾਂ ਲਏਗਾ। ਬਰਫ਼ ਪਿਘਲਦਿਆਂ ਜਿੰਨਾ ਟਾਈਮ ਲੈ ਰਹੀ ਹੈ, ਜਿੰਨੀ ਆਪਾਂ ਹੀਟ ਉਸ ਨੂੰ ਆਪਾਂ ਦੇ ਰਹੇ ਹਾਂ ਉਸ ਸਮੇਂ ਦੇ ਦੌਰਾਨ, ਉਸ ਨੂੰ ਉਸ ਦੀ ਗੁਪਤ ਤਾਪ ਜਾਂ ਲੇਟੈਂਟ ਹੀਟ ਕਿਹਾ ਜਾਂਦਾ ਹੈ। ਉਸ ਦਾ ਵੈਸੇ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ। ਵੈਸੇ ਤਾਂ ਅਸੀਂ ਤਾਪ ਅਗਰ ਉਸ ਨੂੰ ਦੇ ਰਹੇ ਹੈਗੇ ਤਾਂ ਟੈਂਪਰੇਚਰ ਵਧਣਾ ਚਾਹੀਦਾ ਹੈ, ਪਰ ਟੈਂਪਰੇਚਰ ਵਧਣ ਦੀ ਬਜਾਏ ਸਿਰਫ ਟੈਂਪਰੇਚਰ ਸੇਮ ਰਹੇਗਾ, ਬਸ ਉਸ ਦੀ ਅਵਸਥਾ ਦਾ ਬਦਲਾਅ ਹੋ ਰਿਹਾ ਹੈ। ਅਵਸਥਾ ਠੋਸ ਤੋਂ ਦਰਵ ਦੇ ਵਿੱਚ ਚੇਂਜ ਹੋ ਰਹੀ ਹੈ। ਅਵਸਥਾ ਪਰਿਵਰਤਨ ਦੇ ਦੌਰਾਨ ਉਸ ਦੀ ਜਿਹੜੀ ਐਨਰਜੀ ਲੋੜੀਂਦੀ ਹੈ ਉਸ ਨੂੰ ਅਵਸਥਾ ਪਰਿਵਰਤਨ ਦੇ ਲਈ, ਉਹ ਉਸ ਦੀ ਕੀ ਹੈ, ਲੇਟੈਂਟ ਹੀਟ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਦੂਸਰੇ ਪਾਸੇ ਇਸ ਨੂੰ ਲੇਟੈਂਟ ਹੀਟ ਉੱਥੇ ਵੀ ਹੁੰਦੀ ਹੈ ਜਿੱਥੇ ਆਪਾਂ ਉਬਾਲਦੇ ਹਾਂ। ਕੋਈ ਦਰਵ ਹੈ ਉਸ ਨੂੰ ਗਰਮ ਕਰਕੇ ਆਪਾਂ ਅਗਰ ਭਾਫ਼ ਬਣਾ ਰਹੇ ਹੈਗੇ ਹਾਂ ਤਾਂ ਵੀ ਆਪਾਂ ਇਸ ਚੀਜ਼ ਨੂੰ ਗੌਰ ਕਰੀਏ ਤਾਂ ਇਹ ਤਾਂ ਨਹੀਂ ਹੁੰਦਾ ਵੀ ਦਰਵ ਇੱਕਦਮ ਜਿਵੇਂ 1 ਲੀਟਰ ਪਾਣੀ ਲਿਆ ਉਸ ਨੂੰ ਗਰਮ ਕਰਨਾ ਸ਼ੁਰੂ ਕੀਤਾ ਅਤੇ ਨਾਲ ਦੀ ਨਾਲ ਉਹ ਭਾਫ਼ ਬਣ ਜਾਏਗਾ। ਭਾਫ਼ ਬਣ ਕੇ ਉੱਡਣ ਦੇ ਲਈ ਉਸ ਨੂੰ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਪਏਗੀ। ਜਿੰਨੀ ਦੇਰ ਤੱਕ ਆਪਾਂ ਉਸ ਨੂੰ ਗਰਮ ਕਰੀ ਜਾਵਾਂਗੇ ਟੈਂਪਰੇਚਰ ਸੇਮ ਰਹੇਗਾ। ਗਰਮ ਪਾਣੀ, ਫੁੱਲ ਗਰਮ ਪਾਣੀ 100 ਡਿਗਰੀ ਸੈਲਸੀਅਸ 'ਤੇ ਹੈ, ਉੱਥੇ ਹੀ ਉਬਲਣਾ ਸ਼ੁਰੂ ਕਰਦਾ ਹੈ। ਭਾਫ਼ ਵੀ ਜਿਹੜੀ ਉੱਡ ਰਹੀ ਹੈ ਉਹਦਾ ਟੈਂਪਰੇਚਰ ਵੀ 100 ਡਿਗਰੀ ਸੈਲਸੀਅਸ ਹੀ ਹੁੰਦਾ ਹੈ। ਬਟ ਦੋਵਾਂ ਦੀ ਐਨਰਜੀ ਦੀ ਗੱਲ ਕਰੀਏ ਤਾਂ ਦਰਵ ਅਵਸਥਾ ਵਿੱਚ ਜਦੋਂ ਉਹ ਹੈਗਾ ਹੈ, ਭਾਵੇਂ ਉਹਦਾ ਟੈਂਪਰੇਚਰ 100 ਡਿਗਰੀ ਸੈਲਸੀਅਸ ਹੈ, ਪਰੰਤੂ ਜਿਹੜੇ ਉਸਦੀ ਕਣਾਂ ਦੀ ਊਰਜਾ ਹੈ ਉਹ ਘੱਟ ਹੈ ਐਜ਼ ਕੰਪੇਅਰ ਟੂ ਭਾਫ਼।
ਇਸ ਦੇ ਉੱਪਰ ਕੁਐਸਚਨ ਵੀ ਬੰਦੇ ਹੁੰਦੇ ਨੇ ਵੀ ਜਦੋਂ ਪਾਣੀ ਗਰਮ ਪਾਣੀ ਨਾਲ ਸੜਨਾ ਜਾਂ ਭਾਫ ਨਾਲ ਸੜਨਾ 100 ਡਿਗਰੀ ਸੈਲਸੀਅਸ 'ਤੇ, ਤਾਂ ਕਿਹਦੇ ਰਾਹੀਂ ਜ਼ਿਆਦਾ ਜਿਹੜੀ ਹੈ ਜਲਨ ਮਹਿਸੂਸ ਹੋਏਗੀ? ਤਾਂ ਜਿਹੜਾ ਜ਼ਿਆਦਾ ਐਨਰਜੀ ਕਿਸ 'ਚ ਹੋਏਗੀ? ਭਾਫ ਦੇ ਵਿੱਚ। ਭਾਵੇਂ ਟੈਂਪਰੇਚਰ ਉਸਦਾ ਸੇਮ ਹੈ, ਦੋਵਾਂ ਦਾ ਟੈਂਪਰੇਚਰ 100 ਡਿਗਰੀ ਸੈਲਸੀਅਸ ਹੀ ਹੁੰਦਾ ਹੈ, ਬਟ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ, ਉਹ ਲੇਟੈਂਟ ਹੀਟ ਜਾਂ ਗੁਪਤ ਜਿਹੜੀ ਉਸਦੀ ਤਾਪ ਹੈ ਉਸ ਦੇ ਕਾਰਨ ਇਹ ਹੁੰਦਾ ਹੈ। ਉਸ ਤੋਂ ਬਾਅਦ ਕੁਝ ਟਰਮਸ ਹੈਗੀਆਂ, ਹੁਣ ਆ ਪੁਆਇੰਟਸ ਮੈਂ ਉੱਪਰ ਨੋਟ ਕੀਤੇ ਸੀ। 0 ਡਿਗਰੀ 'ਤੇ ਬਰਫ਼ ਪਾਣੀ ਨਾਲੋਂ ਜ਼ਿਆਦਾ ਠੰਡਾ ਹੁੰਦਾ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। 0 ਡਿਗਰੀ 'ਤੇ ਬਰਫ਼ ਹੈ ਪਾਣੀ ਨਾਲੋਂ ਜ਼ਿਆਦਾ ਠੰਡੀ ਹੁੰਦੀ ਹੈ, ਕਿਸ ਕਾਰਨ? ਲੇਟੈਂਟ ਹੀਟ ਦੇ ਕਾਰਨ। 100 ਡਿਗਰੀ 'ਤੇ ਭਾਫ ਪਾਣੀ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ, ਕਿਸ ਕਾਰਨ? ਕਿਉਂਕਿ ਉਸ ਦੇ ਵਿੱਚ ਵੀ ਲੇਟੈਂਟ ਹੀਟ ਹੁੰਦੀ ਹੈ, ਜਿਸ ਕਾਰਨ ਕੀ ਹੈ? ਭਾਫ ਜ਼ਿਆਦਾ ਗਰਮ ਹੁੰਦੀ ਹੈ। ਵਾਸ਼ਪੀਕਰਨ ਕੀ ਹੁੰਦਾ ਹੈ? ਦਰਵ ਦਾ ਗੈਸ ਵਿੱਚ ਬਦਲਣਾ ਕੀ ਹੁੰਦਾ ਹੈ? ਵਾਸ਼ਪੀਕਰਨ। ਅੱਗੇ ਜ਼ੋਰ ਉਡਾਉਣਾ। ਜ਼ੋਰ ਉਡਾਉਣਾ ਕੀ ਚੀਜ਼ ਹੈ ਆਪਣੇ ਕੋਲ? ਠੋਸ ਦਾ ਗੈਸ ਵਿੱਚ ਅਤੇ ਗੈਸ ਦਾ ਠੋਸ ਵਿੱਚ ਬਦਲਣਾ। ਕਈ ਵਾਰ ਅਜਿਹਾ ਹੁੰਦਾ ਹੈ ਜਿਵੇਂ ਅਮੋਨੀਅਮ ਕਲੋਰਾਈਡ NH4Cl ਜੋ ਹੈ ਅਮੋਨੀਅਮ ਕਲੋਰਾਈਡ ਹੈ, ਇਸ ਨੂੰ ਜਦੋਂ ਅਸੀਂ ਗਰਮ ਕਰਦੇ ਹਾਂ ਤਾਂ ਇਹ ਦਰਵ ਅਵਸਥਾ ਵਿੱਚ ਨਹੀਂ ਆਉਂਦਾ, ਇਹ ਸਿੱਧਾ ਹੀ ਗੈਸ ਦੇ ਰੂਪ ਵਿੱਚ ਬਦਲ ਜਾਂਦਾ ਹੈ। ਜਦੋਂ ਗੈਸ ਨੂੰ ਸੰਘਨਿਤ ਕਰਦੇ ਹਾਂ ਤਾਂ ਉਹ ਗੈਸ ਤੋਂ ਦਰਵ ਅਵਸਥਾ ਵਿੱਚ ਆਉਣ ਦੀ ਬਜਾਏ ਸਿੱਧਾ ਠੋਸ ਅਵਸਥਾ ਵਿੱਚ ਬਦਲ ਜਾਂਦਾ ਹੈ। ਇਸ ਜਿਹੜੀ ਪ੍ਰਕਿਰਿਆ ਇਸ ਨੂੰ ਕੀ ਬੋਲਦੇ ਹਾਂ ਆਪਾਂ? ਜ਼ੋਰ ਉਡਾਉਣਾ। ਇਹ ਧਿਆਨ ਰੱਖਣਾ ਹੈ। ਜ਼ੋਰ ਉਡਾਉਣਾ ਕੀ ਹੈ? ਠੋਸ ਅਵਸਥਾ 'ਚੋਂ ਸਿੱਧਾ ਗੈਸ ਵਿੱਚ ਬਦਲਣਾ, ਜ਼ੋਰ ਉਡਾਉਣਾ। ਇੱਕ ਅੱਗੇ ਠੋਸ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਸ ਨੂੰ ਸੁੱਕੀ ਬਰਫ਼ ਕਿਹਾ ਜਾਂਦਾ ਹੈ। ਬਹੁਤ ਵਾਰ ਕੁਐਸਚਨ ਆਇਆ ਹੋਇਆ ਹੈ, ਆਮ ਐਗਜ਼ਾਮਸ 'ਚ ਆ ਜਾਂਦਾ ਹੈ, ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਮੈਂ ਜਿਹੜੇ ਕੁਐਸਚਨਸ ਕਰਾ ਰਿਹਾ, ਮੇਰਾ ਮੋਟਿਵ ਇਹ ਹੈ ਜਿਹੜੇ ਜਨਰਲ ਕੁਐਸਚਨਸ ਹੈਗੇ ਹੈ ਸਾਇੰਸ ਦੇ, ਉਹ ਤੁਸੀਂ ਆਸੇ ਪਾਸੇ ਨਾ ਕਰੋ। ਪੇਪਰ 'ਚ ਕੁਐਸਚਨ ਅਗਰ ਆਇਆ ਹੈਗਾ ਤਾਂ ਜ਼ਰੂਰੀ ਨਹੀਂ ਹੁੰਦਾ ਸਾਰੇ ਕੁਐਸਚਨ ਦਾ ਲੈਵਲ ਔਖਾ ਹੀ ਹੋਏਗਾ, ਕਈ ਕੁਐਸਚਨ ਅਜਿਹੇ ਹੁੰਦੇ ਹੈ, ਕਈ ਵਾਰ ਅਸੀਂ ਬਹੁਤ ਜ਼ਿਆਦਾ ਔਖਿਆਂ ਦੀ ਤਿਆਰੀ ਕਰ ਰਹੇ ਹੈਗੇ ਬਟ ਸੌਖੇ ਕੁਐਸਚਨ ਵੀ ਆ ਜਾਂਦੇ ਹੈ ਜਿਹੜੇ ਅਸੀਂ ਨਹੀਂ ਪੜ੍ਹਦੇ, ਚਲੋ ਛੱਡ ਦਿੰਦੇ ਹਾਂ ਉਹਨਾਂ ਨੂੰ, ਬਟ ਉਹਨਾਂ ਬਾਰੇ ਸਾਨੂੰ ਨੌਲੇਜ ਹੋਣੀ ਜ਼ਰੂਰੀ ਹੈ। ਜਿਵੇਂ ਜ਼ੋਰ ਉਡਾਉਣਾ ਹੋ ਗਿਆ, ਵਾਸ਼ਪੀਕਰਨ ਹੋ ਗਿਆ, ਜਾਂ ਸੁੱਕੀ ਬਰਫ਼ ਕੀ ਚੀਜ਼ ਹੈ, ਜਾਂ ਉੱਪਰ ਵਾਲਾ ਆਪਾਂ ਲਾਈਨਾਂ ਪੜ੍ਹੀਆਂ ਵੀ 100 ਡਿਗਰੀ ਭਾਫ ਜਿਹੜਾ ਹੈ ਪਾਣੀ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ, ਜਾਂ 0 ਡਿਗਰੀ 'ਤੇ ਬਰਫ਼ ਜਿਹੜੀ ਹੈ ਪਾਣੀ ਨਾਲੋਂ ਜ਼ਿਆਦਾ ਜਿਹੜੀ ਆ ਉਹ ਠੰਡੀ ਹੁੰਦੀ ਹੈ। ਤਾਂ ਇਹ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਇੱਕ ਆਹ ਚੀਜ਼ ਯਾਦ ਰੱਖਣੀ ਹੈ, ਠੋਸ ਨੂੰ ਜਦੋਂ ਐਨਰਜੀ ਅਸੀਂ ਦਿੰਦੇ ਹੈਗੇ ਹਾਂ ਤਾਂ ਉਹ ਪਿਘਲਣਾ ਸ਼ੁਰੂ ਹੁੰਦਾ ਹੈ, ਅਤੇ ਕਿਹੜੀ ਅਵਸਥਾ 'ਚ ਕਨਵਰਟ ਹੋ ਜਾਂਦਾ ਹੈ? ਦਰਵ 'ਚ। ਅਤੇ ਦਰਵ ਨੂੰ ਜਦੋਂ ਅਸੀਂ ਟੈਂਪਰੇਚਰ ਘਟਾਉਣਾ ਸ਼ੁਰੂ ਕਰੀਏ ਤਾਂ ਉਸ ਪ੍ਰਕਿਰਿਆ ਨੂੰ ਜੰਮਣਾ ਬੋਲਦੇ ਹਾਂ ਆਪਾਂ। ਅਤੇ ਜੰਮ ਕੇ ਉਹ ਕਿਸ 'ਚ ਕਨਵਰਟ ਹੋ ਜਾਂਦਾ ਹੈ? ਠੋਸ 'ਚ। ਜਿਵੇਂ ਬਰਫ਼ ਨੂੰ ਜਮਾਉਂਦੇ ਹਾਂ ਅਸੀਂ, ਤਾਂ ਦਰਵ ਪਾਣੀ ਲਿਕੁਇਡ ਫੋਰਮ 'ਚ ਹੈ ਸਾਡੇ ਕੋਲ, ਉਹਨੂੰ ਜਮਾ ਕੇ ਅਸੀਂ ਕਿਸ 'ਚ ਕਨਵਰਟ ਕਰਦੇ ਹਾਂ? ਬਰਫ਼ ਦੇ ਵਿੱਚ ਪਾਣੀ ਨੂੰ, ਤਾਂ ਉਹ ਕੀ ਹੈ? ਜੰਮਣਾ। ਦਰਵ ਨੂੰ ਜਦੋਂ ਅਸੀਂ ਗਰਮ ਕਰਦੇ ਹਾਂ ਤਾਂ ਉਹ ਭਾਫ ਵਿੱਚ ਬਦਲ ਜਾਂਦਾ ਹੈ, ਉਸ ਨੂੰ ਵਾਸ਼ਪੀਕਰਨ ਬੋਲਦੇ ਹਾਂ। ਉਸ ਕਿਰਿਆ ਨੂੰ ਅਸੀਂ ਕੀ ਬੋਲਦੇ ਹਾਂ? ਵਾਸ਼ਪੀਕਰਨ। ਅਤੇ ਜਦੋਂ ਅਸੀਂ ਕੋਈ ਗੈਸ ਹੈ ਉਸ ਨੂੰ ਠੰਡਾ ਕਰੀਏ, ਠੰਡਾ ਕਰਨ ਨਾਲ ਉਹ ਵਾਪਸ ਦਰਵ 'ਚ ਬਦਲਦਾ, ਉਸ ਨੂੰ ਸੰਘਣਨ ਬੋਲਦੇ ਹਾਂ। ਇਹ ਤੁਸੀਂ ਨੋਟ ਵੀ ਕੀਤਾ ਹੋਵੇਗਾ, ਕਈ ਵਾਰ ਆਪਾਂ ਕੀ ਕਰਦੇ ਹਾਂ, ਜਿਵੇਂ ਗਿਲਾਸ 'ਚ ਠੰਡਾ ਪਾਣੀ ਪਾ ਕੇ ਆਪਾਂ ਰੱਖ ਦਈਏ, ਤਾਂ ਕਈ ਦੇਰ ਬਾਅਦ ਆ ਕੇ ਅਸੀਂ ਉਸ ਨੂੰ ਦੇਖੀਏ ਤਾਂ ਗਿਲਾਸ ਦੇ ਆਸੇ ਪਾਸੇ ਜਿਹੜਾ ਪਾਣੀ ਦੀਆਂ ਬੂੰਦਾਂ ਤੁਹਾਨੂੰ ਸ਼ੋ ਹੋਣਗੀਆਂ, ਉਹ ਸੰਘਣ ਦੇ ਕਾਰਨ ਹੀ ਹੁੰਦਾ ਹੈ। ਠੀਕ ਹੈ, ਤਾਂ ਇਹ ਚੀਜ਼ ਕੀ ਹੈ ਸਾਡੇ ਕੋਲ? ਗੈਸ ਦਾ ਦਰਵ 'ਚ ਬਦਲਣਾ, ਸੰਘਣਨ। ਅਤੇ ਠੋਸ ਤੋਂ ਸਿੱਧਾ ਅਗਰ ਆਪਾਂ ਗੈਸ 'ਚ ਬਦਲੀਏ ਉਸ ਨੂੰ ਜ਼ੋਰ ਉਡਾਉਣਾ ਬੋਲਦੇ ਹੈ, ਜਾਂ ਗੈਸ ਨੂੰ ਸਿੱਧਾ ਠੋਸ 'ਚ ਬਦਲੀਏ ਉਸ ਨੂੰ ਵੀ ਕੀ ਬੋਲਦੇ ਆਪਾਂ? ਜ਼ੋਰ ਉਡਾਉਣਾ। ਹੁਣ ਇਹ ਹੈ ਉੱਪਰ ਜਿਹੜਾ ਚਿੱਤਰ ਸੀ, ਤਿੰਨੇ ਅਵਸਥਾਵਾਂ ਵਿੱਚ ਆਪਸ ਦਾ ਜਿਹੜੇ ਪਦਾਰਥਾਂ ਦਾ ਅੰਤਰ ਰੂਪਾਂਤਰਨ ਹੈ, ਉਹਨਾਂ ਨੂੰ ਕੀ ਬੋਲਦੇ ਹਾਂ ਆਪਾਂ, ਉਹ ਆਪਾਂ ਪੜ੍ਹ ਚੁੱਕੇ ਹਾਂ। ਹੁਣ ਇਹ ਵਾਸ਼ਪੀਕਰਨ ਜਿਹੜਾ ਹੋ ਰਿਹਾ ਹੈਗਾ, ਵਾਸ਼ਪੀਕਰਨ ਆਪਾਂ ਪੜ੍ਹਿਆ ਨਾ, ਵਾਸ਼ਪੀਕਰਨ ਜਿਹੜਾ ਹੈਗਾ ਆਪਣੇ ਕੋਲ ਕਿਸੇ ਦਰਵ ਤੋਂ ਗੈਸ 'ਚ ਬਦਲ ਰਿਹਾ ਹੈ, ਤਾਂ ਭਾਫ ਬਣਨ ਦੀ ਜਿਹੜੀ ਕਿਰਿਆ ਉਸ ਨੂੰ ਆਪਾਂ ਕੀ ਬੋਲਦੇ ਹਾਂ? ਵਾਸ਼ਪੀਕਰਨ। ਤਾਂ ਇਹ ਕਿਹੜੇ ਕਾਰਕਾਂ 'ਤੇ ਡਿਪੈਂਡ ਕਰਦਾ ਹੈ? ਤਾਂ ਇਹ ਹੈ ਸਤਹ ਦਾ ਖੇਤਰਫਲ। ਸਤਹ ਦਾ ਖੇਤਰਫਲ ਜਿੰਨਾ ਜ਼ਿਆਦਾ ਹੋਏਗਾ ਵਾਸ਼ਪੀਕਰਨ ਉਨਾ ਜ਼ਿਆਦਾ ਹੋਏਗਾ। ਹੁਣ ਕਈ ਵਾਰ ਇਹ ਹੁੰਦਾ ਨਾ, ਜਿੱਥੇ ਆਪਾਂ ਨੂੰ ਜਿਵੇਂ ਗੁੜ ਬਣਦਾ ਹੈ ਕਿੱਥੇ, ਤਾਂ ਉਹ ਕੀ ਕਰਦਾ ਹੈ, ਭਾਂਡਾ ਜਿਹੜਾ ਉੱਪਰੋਂ ਚੌੜਾ ਪੂਰਾ ਹੁੰਦਾ ਹੈ ਉਹਦੇ ਵਿੱਚ ਉਸ ਨੂੰ ਗਰਮ ਕੀਤਾ ਜਾਂਦਾ ਹੈ। ਕਾਰਨ ਕੀ ਹੈ? ਉਸਦਾ ਸਤਹ ਖੇਤਰਫਲ ਉੱਪਰਲਾ ਵੱਧ ਜਾਂਦਾ ਹੈ, ਅਤੇ ਕਣ ਜਿਹੜੇ ਹੈ ਪਾਣੀ ਦੇ ਉੱਥੋਂ ਜਲਦੀ ਉੱਡ ਜਾਂਦੇ ਹੈ। ਉਹ ਕਨੈਟਿਕ ਐਨਰਜੀ ਗੇਨ ਕਰਕੇ ਜਦੋਂ ਗਰਮ ਕਰ ਰਹੇ ਹਾਂ ਉਸ ਤਾਪ ਤੋਂ ਐਨਰਜੀ ਗੇਨ ਕਰਦੇ ਕਣ, ਅਤੇ ਉੱਥੋਂ ਫ੍ਰੀ ਹੋ ਜਾਂਦੇ ਆ ਲਿਕੁਇਡ ਦੇ ਵਿੱਚੋਂ। ਠੀਕ ਹੈ, ਤਾਂ ਇਹ ਚੀਜ਼ ਹੈ ਸਤਹ ਦਾ ਖੇਤਰਫਲ। ਜਿੰਨਾ ਸਤਹ ਦਾ ਖੇਤਰਫਲ ਜ਼ਿਆਦਾ ਹੋਏਗਾ, ਜਿਹੜਾ ਆਪਣੇ ਕੋਲ ਵਾਸ਼ਪੀਕਰਨ ਦੀ ਦਰ ਉਨੀ ਹੀ ਜ਼ਿਆਦਾ ਹੋਏਗੀ। ਦੂਸਰਾ, ਤਾਪਮਾਨ ਵਿੱਚ ਵਾਧਾ। ਜਿਵੇਂ ਜਿਵੇਂ ਅਸੀਂ ਤਾਪਮਾਨ ਵਧਾਈ ਜਾਵਾਂਗੇ, ਵਾਸ਼ਪੀਕਰਨ ਦੀ ਦਰ ਹੈ ਉਹ ਇਨਕਰੀਜ਼ ਹੁੰਦੀ ਜਾਏਗੀ। ਉਦਾਹਰਨ ਦੇ ਤੌਰ 'ਤੇ ਜਿਵੇਂ ਗਰਮੀਆਂ ਦੇ ਵਿੱਚ ਜਿਵੇਂ ਕੱਪੜੇ ਸੁਕਾਉਂਦੇ ਹਾਂ ਆਪਾਂ, ਤਾਪਮਾਨ ਉਦੋਂ ਜ਼ਿਆਦਾ ਹੁੰਦਾ ਨਾ, ਤਾਂ ਕੱਪੜੇ ਜਲਦੀ ਸੁੱਕ ਜਾਂਦੇ ਹੈਗੇ ਨੇ। ਦੂਸਰੇ ਪਾਸੇ ਸਰਦੀਆਂ ਦੀ ਗੱਲ ਕਰੀਏ, ਸਰਦੀਆਂ ਵਿੱਚ ਅਗਰ ਅਸੀਂ ਬਾਹਰ ਕੱਪੜੇ ਸੁਕਾਈਏ ਤਾਂ ਉਹ ਜਲਦੀ ਨਹੀਂ ਸੁੱਕਦੇ,
ਉਹ ਰੀਜ਼ਨ ਇਹ ਹੈ ਬੇਟੇ, ਤਾਪਮਾਨ ਜਿਹੜਾ ਹੈਗਾ ਜਿਵੇਂ ਜਿਵੇਂ ਅਸੀਂ ਇਨਕਰੀਜ਼ ਕਰਾਂਗੇ ਉਵੇਂ ਵਾਸ਼ਪੀਕਰਨ ਵੱਧਦਾ ਹੈ, ਤਾਪਮਾਨ ਘੱਟ ਹੋਏਗਾ ਤਾਂ ਵਾਸ਼ਪੀਕਰਨ ਦੀ ਜਿਹੜੀ ਦਰ ਹੈ ਉਹ ਵੀ ਘੱਟ ਹੁੰਦੀ ਜਾਏਗੀ। ਅੱਗੇ ਹਵਾ ਵਿੱਚ ਨਮੀ, ਹਵਾ ਵਿੱਚ ਜਿਹੜੀ ਨਮੀ ਹੈਗੀ ਹੈ ਅਗਰ ਉਹ ਜ਼ਿਆਦਾ ਹੈ, ਠੀਕ ਹੈ, ਤਾਂ ਵਾਸ਼ਪੀਕਰਨ ਦੀ ਦਰ ਜਿਹੜੀ ਉਹ ਘੱਟ ਹੋਏਗੀ। ਅਗਰ ਨਮੀ ਹਵਾ ਵਿੱਚ ਜਿਹੜੀ ਹੈ ਕਮ ਹੈ ਤਾਂ ਵਾਸ਼ਪੀਕਰਨ ਦੀ ਦਰ ਜਿਹੜੀ ਹੈ ਉਹ ਵੱਧਦੀ ਜਾਏਗੀ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਉਸ ਫਾਰ ਐਗਜ਼ਾਮਪਲ ਜਦੋਂ ਬਾਰਿਸ਼ਾਂ ਵਾਲਾ ਟਾਈਮ ਹੁੰਦਾ ਉਹਦੇ ਵਿੱਚ ਜਿਵੇਂ ਗਿੱਲੇ ਕੱਪੜੇ ਹੈਗੇ ਜਲਦੀ ਨਹੀਂ ਸੁੱਕਦੇ ਐਜ਼ ਕੰਪੇਅਰ ਟੂ ਜੂਨ ਦੀ ਗਰਮੀ ਵਿੱਚ ਦੇਖੀਏ ਜਾਂ ਮਈ ਵਾਲੇ ਮਹੀਨਿਆਂ ਵਿੱਚ ਅਗਰ ਗਰਮੀਆਂ 'ਚ ਆਪਾਂ ਦੇਖੀਏ ਤਾਂ ਕੱਪੜੇ ਮਿੰਟਾਂ 'ਚ ਸੁੱਕ ਜਾਂਦੇ ਹੈ, ਕਿਉਂਕਿ ਉਹਦੇ ਵਿੱਚ ਹਵਾ 'ਚ ਪਹਿਲਾਂ ਹੀ ਨਮੀ ਮੌਜੂਦ ਹੁੰਦੀ ਹੈ ਜਦੋਂ ਬਾਰਿਸ਼ਾਂ ਦਾ ਟਾਈਮ ਹੁੰਦਾ ਹੈ। ਕਿਉਂਕਿ ਹਵਾ ਵਿੱਚ ਜ਼ਿਆਦਾ ਨਮੀ ਪਹਿਲਾਂ ਹੀ ਮੌਜੂਦ ਹੈ, ਇਸ ਕਰਕੇ ਉਸ ਦੀ ਨਮੀ ਜਿਹੜੀ ਹੈ ਜਾਂ ਗ੍ਰਹਿਣ ਕਰਨ ਦੀ ਜਿਹੜੀ क्षमता ਹੈਗੀ ਹੈ ਜਾਂ ਉਸ ਦੀ ਸਮਰੱਥਾ ਜਿਹੜੀ ਹੈਗੀ ਹੈ ਉਹ ਘੱਟ ਜਾਂਦੀ ਹੈ। ਇਸ ਕਰਕੇ ਉਹ ਹੋਰ ਨਮੀ ਜਿਹੜੀ ਉਹ ਨਹੀਂ ਉਠਾ ਸਕਦੀ ਉੱਥੋਂ, ਇਸ ਕਰਕੇ ਜਿਹੜੀ ਹੈ ਵਾਸ਼ਪੀਕਰਨ ਦੀ ਦਰ ਜਿਹੜੀ ਉਹ ਘੱਟ ਜਾਂਦੀ ਹੈ। ਅੱਗੇ ਹਵਾ ਦੀ ਗਤੀ ਵਿੱਚ ਵਾਧਾ, ਅਗਰ ਹਵਾ ਦੀ ਗਤੀ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਵਾਸ਼ਪੀਕਰਨ ਦੀ ਦਰ ਵੱਧਦੀ ਹੈ। ਰੀਜ਼ਨ ਕੀ ਹੈ, ਜਿਸ ਸਰਫੇਸ ਤੋਂ ਵਾਸ਼ਪੀਕਰਨ ਹੋ ਰਿਹਾ ਹੈ, ਮੰਨ ਲਓ ਪਹਿਲਾਂ ਉੱਥੇ ਕੋਈ ਹਵਾ ਮੌਜੂਦ ਸੀ, ਖੜੀ ਹਵਾ ਹੈ, ਤਾਂ ਜਿੰਨੀ ਹਵਾ ਉਹ ਨਮੀ ਸੋਖ ਸਕਦੀ ਸੀ ਉੱਥੋਂ ਉਹਨੇ ਸੋਖ ਲਈ ਵਾਸ਼ਪੀਕਰਨ ਦੇ ਮਾਧਿਅਮ ਦੇ ਰਾਹੀਂ। ਬਟ ਜਦੋਂ ਹੁਣ ਹਵਾ ਨੇ ਨਮੀ ਸੋਖ ਚੁੱਕੀ ਹੈ, ਹੁਣ ਉਸਦੀ ਜਿਹੜੀ ਹੈ ਨਮੀ ਹੋਰ ਸਹਿਣ ਕਰਨ ਦੀ ਜਾਂ ਉਸਨੂੰ ਅਬਜ਼ੋਰਵ ਕਰਨ ਦੀ क्षमता ਉਸਦੀ ਘੱਟ ਜਾਏਗੀ। ਇਸ ਕਰਕੇ ਜੇਕਰ ਹਵਾ ਚੱਲ ਰਹੀ ਹੋਏਗੀ ਤਾਂ ਉਹ ਹਵਾ ਰਿਪਲੇਸ ਹੁੰਦੀ ਜਾਏਗੀ, ਪਹਿਲਾਂ ਵਾਲੀ ਜਿਹੜੀ ਨਮੀ ਚੱਕੀ ਹੈ ਉਹ ਅੱਗੇ ਚਲੀ ਜਾਏਗੀ, ਨਵੀਂ ਹਵਾ ਉੱਥੇ ਆ ਜਾਏਗੀ, ਤਾਂ ਉਹ ਨਵੀਂ ਹਵਾ ਦੁਬਾਰਾ ਵਾਸ਼ਪੀਕਰਨ ਦੀ ਦਰ ਹੈ ਉਸਨੂੰ ਇਨਕਰੀਜ਼ ਕਰੇਗੀ। ਤਾਂ ਇਹ ਹੈ ਬੇਟੇ ਹਵਾ ਦੀ ਗਤੀ ਵਿੱਚ ਵਾਧੇ ਕਰਨ ਨਾਲ ਵੀ ਜਿਹੜੀ ਵਾਸ਼ਪੀਕਰਨ ਜਿਹੜੀ ਹੈ ਉਸ ਦੀ ਦਰ ਹੈ ਉਹ ਇਨਕਰੀਜ਼ ਹੁੰਦੀ ਹੈ। ਅੱਗੇ ਵਾਸ਼ਪੀਕਰਨ ਰਾਹੀਂ ਠੰਡਕ ਪੈਦਾ ਹੁੰਦੀ ਹੈ, ਤਾਂ ਇਹ ਚੀਜ਼ ਬੇਟੇ ਅਪਲਾਈਡ ਪਾਰਟ ਹੈ ਇਸ ਦਾ, ਵੀ ਵਾਸ਼ਪੀਕਰਨ ਬੈਨੀਫਿਟ ਕਿੱਥੇ ਹੈਗਾ ਉਸਦਾ। ਤਾਂ ਇਹ ਚੀਜ਼ ਯਾਦ ਰੱਖਣਾ ਹੈ ਵੀ ਗਰਮੀਆਂ 'ਚ ਸੂਤੀ ਕੱਪੜੇ ਆਪਾਂ ਪਾਉਂਦੇ ਹਾਂ ਤਾਂ ਉਹ ਇਸੇ ਕਾਰਨ ਹੁੰਦਾ ਹੈ। ਹੁਣ ਹੁੰਦਾ ਕੀ ਹੈ ਅਸਲ 'ਚ ਵਾਸ਼ਪੀਕਰਨ ਰਾਹੀਂ ਠੰਡਕ ਪੈਦਾ ਕਿਵੇਂ ਹੁੰਦੀ ਹੈ, ਇਸ ਚੀਜ਼ ਨੂੰ ਸਮਝੋ। ਜਿਸ ਸਤਹ ਦੇ ਉੱਤੇ ਪਾਣੀ ਹੈ, ਮੰਨ ਲਓ ਹੁਣ ਪਾਣੀ ਦੇ ਕਣ ਉੱਥੋਂ ਉੱਡਣਾ ਸ਼ੁਰੂ ਹੋ ਰਹੇ ਹੈਗੇ, ਹੁਣ ਪਾਣੀ ਦੇ ਕਣ ਜਦੋਂ ਉੱਡਣਗੇ ਤਾਂ ਉਹਨਾਂ ਨੂੰ ਜਿਹੜੀ ਕਣ ਹੈਗੀ ਹੈ ਉਸ ਤੋਂ ਫ੍ਰੀ ਹੋਣ ਦੇ ਲਈ ਉਹਨਾਂ ਨੂੰ ਐਨਰਜੀ ਦੀ ਲੋੜ ਹੈ। ਹੁਣ ਉਹ ਐਨਰਜੀ ਕਿੱਥੋਂ ਗੇਨ ਕਰਨਗੇ, ਜਿਸ ਸਰਫੇਸ 'ਤੇ ਉਹ ਹੈਗੇ ਹੈ, ਜਿਸ ਸਰਫੇਸ ਦੇ ਉੱਪਰ ਪਾਣੀ ਦੇ ਕਣ ਪਏ ਹੈਗੇ ਹੈ ਉੱਥੋਂ ਐਨਰਜੀ ਐਬਜ਼ੋਰਵ ਕਰਕੇ ਉਨੀ ਐਨਰਜੀ ਗੇਨ ਕਰਨਗੇ ਵੀ ਉਹ ਵਾਸ਼ਪ ਵਿੱਚ ਬਦਲ ਸਕਣ। ਤਾਂ ਜਦੋਂ ਉਹ ਸਰਫੇਸ ਤੋਂ ਐਨਰਜੀ ਐਬਜ਼ੋਰਵ ਕਰਦੇ ਹੈ ਤਾਂ ਜਿਹੜੀ ਸਰਫੇਸ ਦੀ ਜਿਹੜੀ ਹੈ ਆਪਣੇ ਕੋਲ ਤਾਪਮਾਨ ਹੈ ਉਹ ਘਟ ਜਾਂਦਾ ਹੈ, ਜਿਸ ਕਾਰਨ ਵਾਸ਼ਪੀਕਰਨ ਜਿਹੜੀ ਹੈਗੀ ਉਹ ਠੰਡਕ ਪੈਦਾ ਕਰਦੀ ਹੈ। ਇਹ ਨੋਰਮਲੀ ਗਰਮੀਆਂ 'ਚ ਸੇਮ ਐਵੇਂ ਹੁੰਦਾ ਹੈ, ਜਦੋਂ ਆਪਾਂ ਨੂੰ ਪਸੀਨਾ ਵਗੈਰਾ ਆਉਂਦਾ ਹੈ ਤਾਂ ਉਹ ਜਦੋਂ ਉੱਡਦਾ ਹੈ ਤਾਂ ਉਸ ਨਾਲ ਵੀ ਬੋਡੀ ਨੂੰ ਜਿਹੜੀ ਹੈ ਠੰਡਕ ਜਿਹੜੀ ਹੈ ਉਹ ਪਹੁੰਚਦੀ ਹੈ। ਅਤੇ ਸੂਤੀ ਕੱਪੜੇ ਪਹਿਨਣ ਦੇ ਪਿੱਛੇ ਇਹ ਤਰਕ ਹੁੰਦੀ ਹੈ ਵੀ ਸੂਤੀ ਕੱਪੜੇ ਜਿਹੜਾ ਹੈਗਾ ਹੈ ਜਦੋਂ ਪਸੀਨਾ ਗਰਮੀ 'ਚ ਆਪਾਂ ਨੂੰ ਆ ਰਿਹਾ ਹੈਗਾ ਤਾਂ ਉਸਨੂੰ ਐਬਜ਼ੋਰਵ ਕਰ ਲੈਂਦਾ ਹੈ ਜਲਦੀ, ਅਤੇ ਉਹ ਕੰਟੈਕਟ ਵਿਚਕਾਰ ਹਵਾ ਅਤੇ ਆਪਣੀ ਬੋਡੀ ਦੇ ਵਿਚਕਾਰ ਕੰਟੈਕਟ ਦਾ ਕੰਮ ਕਰਦਾ ਹੈ, ਅਤੇ ਕੱਪੜੇ ਤੋਂ ਜਿਹੜਾ ਹੈ ਆਪਣੇ ਕੋਲ ਜਿਹੜਾ ਪਸੀਨਾ ਸੀ ਉਹ ਵਾਸ਼ਪੀਕਰਨ ਰਾਹੀਂ ਉੱਡਦਾ ਜਾਂਦਾ ਹੈ ਅਤੇ ਬੋਡੀ ਜਿਹੜੀ ਹੈ ਆਪਣੀ ਉਹ ਠੰਡੀ ਰਹਿੰਦੀ ਹੈ। ਤਾਂ ਇਸ ਕਰਕੇ ਜਿਹੜਾ ਹੈ ਵਾਸ਼ਪੀਕਰਨ ਜਿਹੜਾ ਹੈ ਠੰਡਕ ਪੈਦਾ ਕਰਦਾ ਹੈ, ਅਤੇ ਗਰਮੀਆਂ ਵਿੱਚ ਆਪਾਂ ਸੂਤੀ ਕੱਪੜੇ ਪਹਿਨਦੇ ਹੈਗੇ ਹਾਂ। ਉਸ ਤੋਂ ਬਾਅਦ ਜਿਹੜਾ ਹੈ ਆਪਣੇ ਕੋਲ ਪਦਾਰਥਾਂ ਦੀਆਂ ਹੋਰ ਕਿਸਮਾਂ NCERT 'ਚ ਮੈਨੂੰ 2 ਹੋਰ ਮਿਲੀਆਂ, ਤਾਂ ਮੈਂ ਸੋਚਿਆ ਵੀ ਇਹ ਤੁਹਾਨੂੰ ਦੱਸ ਦਈਏ, ਹੋ ਸਕਦਾ ਤੁਹਾਡੇ ਪੇਪਰ 'ਚ 3 ਤਾਂ ਆਪਾਂ ਸਾਰਿਆਂ ਨੇ ਪੜ੍ਹੀਆਂ ਹੋਈਆਂ, ਠੋਸ ਦਰਵ ਅਤੇ ਗੈਸ, ਤਾਂ ਇਹ 2 ਕੁਝ ਹੋਰ ਹੈਗੀਆਂ। ਪਹਿਲੀ ਹੈ ਪਲਾਜ਼ਮਾ ਅਵਸਥਾ। ਉਹ ਕੀ ਹੁੰਦਾ ਹੈ, ਜਦੋਂ ਕਣਾਂ ਵਿੱਚ ਊਰਜਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਉਤੇਜਿਤ ਹੁੰਦੇ ਨੇ, ਉਤੇਜਿਤ ਹੋ ਕੇ ਕੀ ਹੁੰਦੇ ਉਹ ਆਇਨੀਕ੍ਰਿਤ ਹੋ ਜਾਂਦੇ ਨੇ, ਆਇਨਸ ਦੇ ਰੂਪ ਵਿੱਚ ਹੋ ਜਾਂਦੇ ਨੇ। ਆਇਨ ਦੇ ਰੂਪ ਵਿੱਚ ਹੋਣ ਦੇ ਕਾਰਨ ਉਹਨਾਂ ਵਿੱਚ ਜਿਹੜੀ ਕਿ ਚਮਕ ਜੀ ਪੈਦਾ ਹੋ ਜਾਂਦੀ ਹੈ, ਜਿਸ ਮੀਡੀਅਮ ਦੇ ਵਿੱਚ ਉਹ ਪ੍ਰੈਜ਼ੈਂਟ ਹੈਗੇ ਹੈ ਤਾਂ ਉਹਦੇ ਵਿੱਚ ਆਸੇ ਪਾਸੇ ਉਹਦੀ ਚਮਕ ਇੱਕ ਗਲੋ ਉਤਪੰਨ ਹੋਏਗਾ। ਜ਼ਿਆਦਾਤਰ ਇਹ ਜਿਹੜੀਆਂ ਫਲੋਰੈਸੈਂਟ ਟਿਊਬਸ ਹੈਗੀਆਂ, ਜਿਹੜੀ ਫਲੋਰੈਸੈਂਟ ਟਿਊਬ ਹੈ ਇਹਦੇ ਵਿੱਚ ਜਿਹੜੀ ਹੀਲੀਅਮ ਅਤੇ ਹੋਰ ਹੈ ਕਿਰਿਆਸ਼ੀਲ ਗੈਸ ਭਰੀ ਹੁੰਦੀ ਹੈ, ਇਹ ਧਿਆਨ ਰੱਖਣਾ ਹੈ। ਅਤੇ ਜਿਹੜੀ ਨਿਓਨ ਬਲਬ ਹੈਗੀ ਹੈ ਇਹ ਨਿਓਨ ਗੈਸ ਹੁੰਦੀ ਹੈ। ਤਾਂ ਇਹਨਾਂ ਵਿੱਚ ਜਦੋਂ ਬਿਜਲੀ ਲਗਾਈ ਜਾਂਦੀ ਹੈ ਤਾਂ ਜਿਹੜੇ ਇਸ ਦੇ ਵਿਚਕਾਰ ਜਿਹੜੇ ਕਣ ਮੌਜੂਦ ਹੁੰਦੇ ਆ ਉਹ ਆਇਨੀਕ੍ਰਿਤ ਹੋ ਜਾਂਦੇ ਹੈ, ਅਤੇ ਆਇਨੀਕ੍ਰਿਤ ਹੋ ਕੇ ਉਹ ਚਮਕਣ ਲੱਗ ਜਾਂਦੇ ਹੈ। ਤਾਂ ਜਿਹੜੀ ਉਹ ਸਟੇਜ 'ਤੇ ਪਹੁੰਚਦੇ ਆ ਚਮਕ ਵਾਲੀ ਸਟੇਜ 'ਤੇ, ਤਾਂ ਉਸ ਨੂੰ ਜਿਹੜੀ ਹੈ ਪਲਾਜ਼ਮਾ ਅਵਸਥਾ ਕਿਹਾ ਜਾਂਦਾ ਹੈ। ਅਤੇ ਇਹ ਵੀ ਹੈ ਜਦੋਂ ਤਾਰੇ ਸੂਰਜ ਇਹਨਾਂ ਦਾ ਜਿਹੜਾ ਫਲੋਰੀਸੈਂਟ ਜਾਂ ਚਮਕ ਜਿਹੜੀ ਹੈਗੀ ਹੈ ਉਹ ਇਸ ਪਲਾਜ਼ਮਾ ਅਵਸਥਾ ਦੇ ਕਾਰਨ ਹੁੰਦੀ ਹੈ। ਜਿਹੜੇ ਕਣ ਜਦੋਂ ਪਲਾਜ਼ਮਾ ਅਵਸਥਾ ਵਿੱਚ ਮੌਜੂਦ ਹੁੰਦੇ ਆ ਤਾਂ ਉਹ ਕੀ ਕਰਦੇ ਉਹ ਚਮਕਣਾ ਸ਼ੁਰੂ ਕਰ ਦਿੰਦੇ ਹੈਗੇ ਨੇ। ਤਾਂ ਇਹ ਜਿਹੜੀ ਅਵਸਥਾ ਜਿਹੜੀ ਹੈ 4th ਹੈ ਆਪਣੇ ਕੋਲ, 3 ਆਪਾਂ ਅੱਗੇ ਪੜ੍ਹੀ ਹੈਗੀ। ਚੌਥੀ ਹੈ ਬੋਸ ਆਈਨਸਟਾਈਨ ਜਿਹੜੀ ਹੈਗੀ ਹੈ, ਇਹ ਯਾਦ ਰੱਖਿਆ ਜੇ ਤੁਸੀਂ। 1920 ਵਿੱਚ ਭੌਤਿਕ ਵਿਗਿਆਨੀ ਸਤਿੰਦਰਨਾਥ ਬੋਸ ਸੀ, ਉਹਨਾਂ ਵੱਲੋਂ ਇਹ ਸੁਝਾਇਆ ਗਿਆ ਸੀ ਵੀ ਇਸ ਤਰੀਕੇ ਦੀ ਇੱਕ ਹੋਰ ਜਿਹੜੀ ਹੈ ਆਪਣੇ ਕੋਲ ਅਵਸਥਾ ਹੋਏਗੀ ਪਦਾਰਥ ਦੀ। ਤਾਂ ਇਹ ਹੁੰਦਾ ਹੈ ਗੈਸ ਨੂੰ ਬਹੁਤ ਘੱਟ ਤਾਪਮਾਨ 'ਤੇ ਉਸ ਨੂੰ ਠੰਡਾ ਕਰੀਏ, ਥੋੜ੍ਹੀ ਜਿਹੀ ਗੈਸ ਦੀ ਮਾਤਰਾ ਲੈ ਕੇ, ਬਹੁਤ ਥੋੜ੍ਹੀ ਮਾਤਰਾ ਲੈ ਕੇ ਉਸ ਨੂੰ ਬਹੁਤ ਜ਼ਿਆਦਾ ਠੰਡਾ ਕਰੀਏ ਤਾਂ ਇਸ ਅਵਸਥਾ 'ਤੇ ਜਿਹੜਾ ਹੈ ਉਹ ਪਹੁੰਚ ਜਾਂਦੀ ਹੈ, ਤਾਂ ਉਸ ਨੂੰ ਕੀ ਬੋਲਦੇ ਹਾਂ ਆਪਾਂ, ਬੋਸ ਆਈਨਸਟਾਈਨ।
ਹੁਣ ਪਿਛਲੇ ਸਾਲ ਇੱਕ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਆਇਆ ਸੀ ਤਾਂ ਉਹ ਸੀ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਦੇ ਤਰਲਪਣ ਲਈ ਢੁਕਵੀਆਂ ਸਥਿਤੀਆਂ ਦਰਸਾਉਂਦਾ ਹੈ। ਹੁਣ ਇਹ ਕੀ ਹੈ, ਗੈਸ ਨੂੰ ਕਿਸ 'ਚ ਬਦਲਣਾ, ਆਪਾਂ द्रव 'ਚ ਬਦਲਣਾ ਹੈ। ਤਾਂ ਢੁਕਵੀਆਂ ਸਥਿਤੀਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਸ ਨੂੰ ਬੇਟੇ ਸਮਝਣ ਦੇ ਲਈ ਜਿਹੜੀ ਮੇਨ ਪੁਆਇੰਟ ਹੈ ਇਹ ਯਾਦ ਰੱਖਣਾ ਹੈ ਵੀ ਕਣ ਜਿਹੜੇ ਹੈਗੇ ਆ ਉਹ એનર્ਜੀ ਗੇਨ ਕਰ ਰਿਹਾ ਹੈ ਜਾਂ એનર્ਜੀ ਐਬਜ਼ੋਰਬ ਕਰ ਰਹੇ ਹੈਗੇ। ਗੈਸਾਂ ਨੂੰ ਤਰਲਪਣ ਦੇ ਵਿੱਚ ਬਦਲਣਾ, ਪਹਿਲਾਂ ਫ੍ਰੀਲੀ ਮੂਵ ਕਰ ਰਿਹਾ, ਗੈਸ ਦਾ ਮਤਲਬ ਕੀ ਹੈ, ਕਣ ਜਿਹੜੇ ਹੈ ਫ੍ਰੀਲੀ ਮੂਵ ਕਰ ਰਹੇ ਹੈਗੇ, ਠੀਕ ਹੈ। ਤਾਂ ਜਦੋਂ ਉਹ ਤਰਲ ਅਵਸਥਾ ਵਿੱਚ ਆਉਣਾ ਹੈ ਉਹਨਾਂ ਨੇ, ਤਾਂ ਕਣ ਕੀ ਹੋਣਗੇ, ਨਜ਼ਦੀਕ ਲੈਣਾ ਹੈ ਕਣਾਂ ਨੂੰ ਆਪਾਂ, ਇਟ ਮੀਨਸ ਉਹਨਾਂ ਦੀ એનર્ਜੀ ਕੀ ਕਰਨੀ ਹੈ, ਆਪਾਂ ਘੱਟ ਕਰਨੀ ਹੈ, ਠੀਕ ਹੈ। ਪਹਿਲਾ ਪੁਆਇੰਟ ਤਾਂ એનર્ਜੀ ਹੋ ਗਿਆ। ਦੂਸਰਾ ਦਬਾਅ ਵਾਲਾ ਰਿਲੇਸ਼ਨ ਤੁਹਾਨੂੰ ਦੱਸਿਆ ਸੀ ਮੈਂ ਅੱਗੇ, ਅਗਰ ਦਬਾਅ ਵਧਾਉਂਦੇ ਹਾਂ ਆਪਾਂ, ਦਬਾਅ ਨੂੰ ਇਨਕਰੀਜ਼ ਕਰਦੇ ਹਾਂ ਆਪਾਂ, ਤਾਂ ਜਿਹੜੀ ਕਣ ਨਜ਼ਦੀਕ ਆਉਂਦੇ ਆ ਅਤੇ ਉਹਨਾਂ ਦੀ ਗਤੀਜ ਊਰਜਾ ਜਿਹੜੀ ਉਹ ਘੱਟ ਹੁੰਦੀ ਹੈ, ਠੀਕ ਹੈ। ਤਾਂ ਇਟ ਮੀਨਸ ਆਪਾਂ ਕੀ ਕਰਾਂਗੇ, ਨੇੜੇ ਲੈ ਕੇ ਆਉਣਾ ਹੈ ਤਾਂ ਆਪਾਂ ਪਹਿਲੀ ਗੱਲ ਤਾਂ ਆਪਾਂ ਤਾਪਮਾਨ ਨੂੰ ਕੀ ਕਰਾਂਗੇ, ਵਧਾਵਾਂਗੇ ਜਾਂ ਘਟਾਵਾਂਗੇ। ਦੇਖੋ ਆਪਾਂ ਕੀ ਕਰ ਰਹੇ ਹਾਂ, ਗੈਸ ਨੂੰ ਤਰਲਪਣ ਵਿੱਚ ਬਦਲਣਾ ਹੈ, ਤਾਪਮਾਨ ਆਪਾਂ ਘੱਟ ਕਰਾਂਗੇ। ਤਾਂ ਇਹਨਾਂ ਸਾਰਿਆਂ 'ਚ ਉਹ ਆਪਸ਼ਨਸ ਦੇਖੋ ਜਿੱਥੇ ਘੱਟ ਤਾਪਮਾਨ ਹੈ। ਇੱਕ ਤਾਂ ਆਹ ਵਾਲੀ ਆਪਸ਼ਨ 'ਚ ਘੱਟ ਤਾਪਮਾਨ ਹੈ, ਇੱਕ ਆਹ ਵਾਲੀ ਆਪਸ਼ਨ 'ਚ ਘੱਟ ਤਾਪਮਾਨ। ਜਿੱਥੇ ਵੱਧ ਤਾਪਮਾਨ ਹੋ ਤਾਂ ਪਹਿਲਾਂ ਹੀ ਕਾਂਟੇ ਮਾਰਦੇ ਵੀ ਇਹ ਦੋਨੇ ਆਪਸ਼ਨਸ ਤਾਂ ਹੋ ਨਹੀਂ ਸਕਦੀਆਂ ਆਪਣੀ, ਠੀਕ ਹੈ। ਉਸ ਤੋਂ ਬਾਅਦ ਦਬਾਅ ਦੀ ਗੱਲ ਕਰੀਏ ਤਾਂ ਦਬਾਅ ਦਾ ਰਿਲੇਸ਼ਨ ਉਲਟ ਹੈ, ਮਤਲਬ ਘੱਟ ਦਬਾਅ ਦਾ ਮਤਲਬ ਆਪਾਂ ਕਿਸ ਚੀਜ਼ ਤੋਂ ਦਬਾਅ ਨੂੰ ਹਟਾ ਦਈਏ ਤਾਂ ਉਹ ਫ੍ਰੀਲੀ ਮੂਵ ਕਰਨਾ ਸ਼ੁਰੂ ਕਰ ਦੇਗਾ। ਤਾਂ ਆਪਾਂ ਤਾਂ ਉਹਨੂੰ ਫ੍ਰੀਲੀ ਮੂਵ ਨਹੀਂ ਕਰਾਉਣਾ ਨਾ। ਤਰਲ ਅਵਸਥਾ ਵਿੱਚ ਕੀ ਹੈ, ਇੰਨਾ ਫ੍ਰੀਲੀ ਮੂਵ ਨਹੀਂ ਕਰਦਾ, ਗੈਸ ਨਾਲੋਂ ਤਾਂ ਜਿਹੜਾ ਹੈਗਾ ਹੈ ਘੱਟ ਹੁੰਦਾ ਹੈ, ਮੂਵਮੈਂਟ ਹੁੰਦੀ ਹੈ ਤਰਲ ਦੇ ਵਿੱਚ, ਵੀ ਉਹ ਮੂਵਮੈਂਟ ਨਹੀਂ ਹੁੰਦੀ ਵੀ ਉਹ ਫ੍ਰੀਲੀ ਹਵਾ 'ਚ ਉੱਡਣਾ ਸ਼ੁਰੂ ਕਰਦੇ ਕਣ। ਤਾਂ ਇਸ ਲਈ ਕੀ ਆਪਣੇ ਕੋਲ ਦਬਾਅ ਉਸਦਾ ਉਹ ਵੱਧ ਕਰਨਾ ਹੈ ਆਪਾਂ, ਤਾਂ ਵੱਧ ਦਬਾਅ ਅਤੇ ਘੱਟ ਤਾਪਮਾਨ, ਇਹ ਸੀ ਜਿਹੜੀ ਆਪਸ਼ਨ ਹੈ ਆਪਣਾ ਇਸ ਦਾ ਉੱਤਰ ਹੋਏਗਾ। ਤਾਂ ਇਸ ਤਰੀਕੇ ਨਾਲ ਅਗਰ ਆਪਾਂ ਕੁਐਸਚਨ ਜਾਂ ਬੇਸਿਕ ਕਨਸੈਪਟ ਆਪਾਂ ਨੂੰ ਲੈਸਨ ਦੇ ਕਲੀਅਰ ਹੈਗੇ ਤਾਂ ਆਪਾਂ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ। ਹੋਰ ਕੁਝ ਕੁਐਸਚਨ ਮੈਂ ਹੋਰ ਲੈ ਕੇ ਆਇਆ ਹੈਗਾ ਤੁਹਾਡੇ ਲਈ। ਪਹਿਲਾ ਕੁਐਸਚਨ ਹੈ, ਕਿਸ ਰੇਸ਼ੇ ਦੇ ਕੱਪੜੇ ਜਿਹੜੇ ਗਰਮੀਆਂ ਵਿੱਚ ਆਰਾਮਦਾਇਕ ਹੁੰਦੇ ਹਨ। ਤਾਂ ਇਹ ਹੁਣੇ ਆਪਾਂ ਕੀਤਾ ਹੀ ਸੀ, ਊੜਾ ਆਪਸ਼ਨ ਸੂਤੀ। ਕਿਸੇ ਪਦਾਰਥ ਵਿੱਚ ਮਾਦੇ ਦੀ ਮਾਤਰਾ ਨੂੰ ਕੀ ਕਿਹਾ ਜਾਂਦਾ ਹੈ, ਮੈਟਰ, ਉਹਦੇ ਵਿਚਲਾ ਮੈਟਰ ਜਿਹੜਾ ਉਸਨੂੰ ਕੀ ਬੋਲਦੇ ਆਪਾਂ, ਉਸਦਾ ਪੁੰਜ। ਇਹ ਧਿਆਨ ਰੱਖਣਾ ਹੈ। ਭਾਰ ਬੇਟੇ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਇਹ ਗ੍ਰੈਵੀਟੇਸ਼ਨਲ ਫੋਰਸ ਕਾਰਨ ਹੁੰਦਾ ਹੈ। ਘਣਤਾ ਜਿਹੜੀ ਹੈ ਉਹ 1 ਮੀਟਰ ਬਾਈ 1 ਮੀਟਰ ਬਾਈ 1 ਮੀਟਰ ਦੇ ਵਿਚਕਾਰ ਉਹਦੇ ਵਿੱਚ ਕਿੰਨਾ ਮੈਟਰ ਹੈ ਉਸਨੂੰ ਰਿਪਰੈਜ਼ੈਂਟ ਕਰਦਾ ਹੈ ਪੁੰਜ ਹੈ ਜਿਹੜਾ ਆਪਣੇ ਕੋਲ, ਘਣਤਾ ਜਿਹੜੀ ਹੈ। ਤਾਂ ਇਹ ਧਿਆਨ ਰੱਖਣਾ ਆਪਣੇ ਕੋਲ, ਪੁੰਜ ਬਟਾ ਆਇਤ ਨੂੰ ਰਿਪਰੈਜ਼ੈਂਟ ਕਰਦੀ ਹੈ ਘਣਤਾ ਜਿਹੜੀ ਹੈ, ਡੈਂਸਿਟੀ ਜਿਹੜੀ ਹੈ ਉਸਦੀ। ਸਮੁੰਦਰ ਤਲ ਤੋਂ ਜ਼ਿਆਦਾ ਉਚਾਈ 'ਤੇ ਜਾਣ ਨਾਲ, ਹੁਣ ਦੇਖੋ ਸਮੁੰਦਰ ਤਲ ਤੋਂ ਆਪਾਂ ਉੱਪਰ ਵੱਲ ਨੂੰ ਜਾਣਾ ਹੈ। ਹੁਣ ਉੱਪਰ ਵੱਲ ਨੂੰ ਜਦੋਂ ਆਪਾਂ ਜਾਈਏ ਦਬਾਅ ਘਟੇਗਾ ਜਾਂ ਵਧੇਗਾ, ਇਹ ਸੋਚਣ ਵਾਲੀ ਗੱਲ ਹੈ। ਤਾਂ ਇਹ ਹਮੇਸ਼ਾ ਯਾਦ ਰੱਖਣਾ ਹੈ, ਜਦੋਂ ਅਸੀਂ ਧਰਤੀ ਤੋਂ ਜਾਂ ਸਮੁੰਦਰ ਤਲ ਤੋਂ ਉੱਪਰ ਵੱਲ ਜਾਂਦੇ ਹਾਂ ਤਾਂ ਦਬਾਅ ਜਿਹੜਾ ਉਹ ਘਟਦਾ ਜਾਂਦਾ ਹੈ। ਹੁਣ ਜਦੋਂ ਦਬਾਅ ਘਟੇਗਾ ਤਾਂ ਕੀ ਹੋਏਗਾ, द्रव ਦਾ ਉਬਾਲ ਦਰਜਾ ਘਟਦਾ ਹੈ, ਉਬਾਲ ਦਰਜਾ ਵੱਧਦਾ ਹੈ, ਉਬਾਲ ਦਰਜੇ ਵਿੱਚ ਕੋਈ ਬਦਲਾਵ ਨਹੀਂ ਹੁੰਦਾ, ਠੋਸ ਦਾ ਪਿਘਲਾਓ ਦਰਜਾ ਵੱਧਦਾ ਹੈ। ਹੁਣ ਇਹ ਧਿਆਨ ਰੱਖਣਾ ਵੀ ਉਬਾਲ ਦਰਜਾ ਵਧਣ ਦੀ ਤਾਂ ਗੱਲ ਹੈ ਹੀ ਨਹੀਂ ਕਿੱਥੇ, ਕਿਉਂਕਿ ਜਦੋਂ ਦਬਾਅ ਘਟੇਗਾ ਤਾਂ ਕਾਈਨੈਟਿਕ એનર્ਜੀ ਜਿਹੜੀ ਹੈ, ਗਤਿਜ ਊਰਜਾ ਉਹ ਇਨਕਰੀਜ਼ ਹੋਏਗੀ ਤਾਂ ਉਬਾਲ ਦਰਜਾ ਉਸਦਾ ਕੀ ਹੋਏਗਾ, ਘੱਟ ਹੁੰਦਾ ਜਾਏਗਾ। ਜਿਵੇਂ ਜਿਵੇਂ ਉੱਪਰ ਜਾਵਾਂਗੇ ਤਾਂ ਉਬਾਲ ਦਰਜੇ ਦਾ ਮਤਲਬ ਕਿ ਟੈਂਪਰੇਚਰ, ਉਹ ਟੈਂਪਰੇਚਰ ਜਿਸ 'ਤੇ ਕੋਈ ਵਸਤੂ ਉਬਲਣਾ ਸ਼ੁਰੂ ਕਰਦੀ ਹੈ ਉਸਨੂੰ ਉਸਦਾ ਉਬਾਲ ਦਰਜਾ ਬੋਲਦੇ ਹਾਂ ਆਪਾਂ। ਤਾਂ ਜਦੋਂ ਉਹਨੂੰ ਆਪਾਂ ਉੱਪਰ ਲੈ ਜਾਵਾਂਗੇ ਸਮੁੰਦਰ ਤਲ ਤੋਂ ਤਾਂ ਉੱਤੇ ਕੀ ਹੈ, ਉਹਦਾ ਦਬਾਅ ਜਿਹੜਾ ਉਹ ਘਟ ਜਾਏਗਾ। ਦਬਾਅ ਘਟੇਗਾ ਤਾਂ ਕਾਈਨੈਟਿਕ એનર્ਜੀ ਜਲਦੀ ਗੇਨ ਕਰਨਗੇ ਕਣ ਜਿਹੜੇ ਹੈਗੇ, ਤਾਂ ਜਿਸ ਕਰਕੇ ਹੋਏਗਾ ਜਿਹੜਾ ਇਸ ਦਾ ਉਬਾਲ ਦਰਜਾ ਉਹ ਘਟਦਾ ਹੈ। ਅਗਲਾ ਕੁਐਸਚਨ ਹੈ, ਜਦੋਂ ਅਸੀਂ ਪੋਟੇਸ਼ੀਅਮ ਪਰਮੈਂਗਨੇਟ ਦੇ ਕੁਝ ਕਣਾਂ ਨੂੰ ਪਾਣੀ ਵਾਲੇ ਬੀਕਰ ਵਿੱਚ ਸੁੱਟਦੇ ਹਾਂ ਤਾਂ ਕੁਝ ਸਮੇਂ ਬਾਅਦ ਪੂਰੇ ਪਾਣੀ ਦਾ ਰੰਗ ਗੁਲਾਬੀ ਹੋ ਜਾਂਦਾ ਹੈ। ਇਹ ਪੋਟੇਸ਼ੀਅਮ ਪਰਮੈਂਗਨੇਟ ਦਾ ਕਿਹੜਾ ਗੁਣ ਦਰਸਾਉਂਦਾ ਹੈ। ਤਾਂ ਇਹ ਆਪਾਂ ਪੜ੍ਹਿਆ ਸੀ ਪ੍ਰਸਰਣ, ਵੀ ਕਣਾਂ ਦੇ ਵਿਚਕਾਰ ਜਿਹੜਾ ਹੈ ਦੂਸਰੇ ਕਣ ਆ ਕੇ ਫਸ ਜਾਂਦੇ ਹਨ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਦੋ ਪਦਾਰਥ ਆਪਸ 'ਚ ਮਿਲ ਜਾਂਦੇ ਹਨ, ਉਸ ਨੂੰ ਬੋਲਦੇ ਆਪਾਂ ਪ੍ਰਸਰਣ। ਅੱਗੇ ਮਾਦੇ ਦੇ ਕਣਾਂ ਵਿਚਕਾਰ ਕਿਹੜਾ ਬਲ ਇਹਨਾਂ ਨੂੰ ਬੰਨ੍ਹ ਕੇ ਰੱਖਦਾ ਹੈ। ਤਾਂ ਕਣਾਂ ਦੇ ਵਿਚਕਾਰਲਾ ਬਲ ਯਾਦ ਰੱਖਣਾ ਹੈ, ਕਣਾਂ ਦੇ ਵਿਚਕਾਰ ਜਿਹੜਾ ਬਲ ਲੱਗ ਰਿਹਾ ਹੁੰਦਾ ਹੈ ਇਸ ਨੂੰ ਆਪਸ 'ਚ ਬੰਨ੍ਹ ਕੇ ਰੱਖਦਾ ਹੈ। ਦਰਵਾਂ ਦੇ ਗੈਸਾਂ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ, ਹੁਣ ਇਹ ਧਿਆਨ ਰੱਖਣਾ ਹੈ, ਜਿਹੜਾ द्रव ਹੈ ਗੈਸ ਵਿੱਚ ਬਦਲ ਰਹੇ ਹੈਗੀ ਹੈ। ਦਰਵਾਂ ਦੇ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਕੀ ਹੁੰਦੀ ਹੈ ਬੇਟੇ, ਇਹ ਸੀਗਾ ਆਪਣੇ ਕੋਲ ਸਭ ਤੋਂ ਉੱਪਰ ਵਾਲਾ ਵਾਸ਼ਪੀਕਰਨ, ਊੜਾ ਆਪਸ਼ਨ ਵਾਸ਼ਪੀਕਰਨ। ਇਹਨਾਂ ਵਿੱਚੋਂ ਕਿਹੜਾ द्रव ਅਵਸਥਾ ਨੂੰ ਪਰਿਭਾਸ਼ਿਤ ਕਰਦਾ ਹੈ। द्रव ਅਵਸਥਾ, ਇਸ ਦਾ ਆਕਾਰ ਅਤੇ ਆਇਤਨ ਦੋਵੇਂ ਨਿਸ਼ਚਿਤ ਹੁੰਦੇ ਹਨ।
इसका आकार तो निश्चित होंदा है परंतु आयतन नहीं। इसका आयतन तो निश्चित होंदा है परंतु आकार नहीं। इसका आकार अते आयतन दोवें ही निश्चित नहीं होंगे। जिहड़ा स्टार्टिंग च अंतर वाले च कराया सी उत्थे मैं दस्सिया सी जिहड़ा द्रव होंदा है उसका आयतन जिहड़ा है वो तो निश्चित होंदा है परंतु आकार जिहड़ा है वो निश्चित नहीं होंदा। जिवें पानी है, जिस बर्तन च जिवें पाओगे उसका आकार वो ले लैंदा है। 8वां क्वेश्चन, हेठ लिखिया विचों किहड़ा ढंग मादे की अवस्था में परिवर्तन नहीं लियाउंदे। हुण किहड़े ढंग राही आपां उसका अवस्था चेंज नहीं हो रही। तापमान राही अवस्था चेंज हो जाती है, बदलण राही, दबाव राही चेंज होंदी है, गर्म करन नाल होंदी है। सिर्फ बरीक पीसण नाल उसकी अवस्था परिवर्तन नहीं होंदा। मान लो कणक है वो ठोस अवस्था च है, उसनूं पीस लिया, आटा बन गया, वो भी की होएगा ठोस अवस्था विच ही होएगा। इन्हां विचों किहड़ा मादा नहीं है या पदार्थ नहीं है। धुआं हो गया, नमी, पानी, ये तिन्ने है, सिर्फ गर्मी महसूस करना ये मादा नहीं है। हेठ लिखिया विचों किस विधि नाल गैसां दा द्रवीकरण किया जाता है। हुण ये पहला भी क्वेश्चन आप देख चुके हैं भी गैसां नूं द्रवीकरण करना है तो आप की करांगे, दबाव बतावांगे तो तापमान नूं की करांगे, घट करांगे। अगे प्रसरण दर किस ते निर्भर करती है। तापमान ते सतह के खेत्रफल ते, तापमान अते सतह के खेत्रफल दोवां ते। तो ईडी ऑप्शन इसका उत्तर होएगा तापमान अते सतह के खेत्रफल दोवां ते जिहड़ा है ये निर्भर करती है प्रसरण की दर। 12वां क्वेश्चन, इन्हां विचों किस दे कणां विचकार खिच बल ज़्यादा होएगा। सोडियम हाइड्रोक्साइड, हाइड्रोजन, पानी ते कार्बन डाइऑक्साइड। इसनूं देख के सिंपल ही समझना है। पहला हाइड्रोजन गैस है, कार्बन डाइऑक्साइड भी की है गैस है, पानी की है द्रव है, जिहड़ा सोडियम हाइड्रोक्साइड है वो ठोस है। तो इन्हां विच बल किस च ज़्यादा होएगा, ठोस वाले च। तो एक है सोडियम हाइड्रोक्साइड। अगे किसी वस्तु की घनता नूं किस नाल परिभाषित किया जाता है। तो ये आप स्टार्टिंग में दस्सिया सी घनता हुंदा है पुंज अते आयतन का अनुपात। पुंज बटा आयतन अगर आप लिखिए तो उसनूं उसकी डेंसिटी या घनता कहा जाता है। अगे पदार्थों के ठोस अवस्था तो गैस अवस्था में बदलने की प्रक्रिया नूं डैश आखते हैं। किहड़ी अवस्था तैयार करनी है, ठोस किस च बदल रही है, गैस च। ठोस तो बाद वैसे किस च बदलनी चाहिए, द्रव च, बट किस च बदल रही है, गैस च। तो आप ऑप्शन पढ़ी सी सस्सा जोर उड़ाउणा। सुक्की बर्फ की है तो यह है ठोस कार्बन डाइऑक्साइड, जिहड़ी अगे भी तुहानूं नोट कराई सी, मैं दसी सी, मैनूं याद रखना है तुसीं। इन्हां विचों किस विच सब तो वध गतिज ऊर्जा होएगी। हुण काइनेटिक एनर्जी किहदे विच सब तो ज़्यादा होएगी, बर्फ के कणां च, पानी च, भाप च, या पानी के कण 100 डिग्री सैल्सियस से। तो मैं तुहानूं दस्सिया सी भी जिहड़ी भाप के कण है 100 डिग्री सैल्सियस से ज़्यादा गर्म होंदे है पानी के मुकाबले। तो सस्सा काइनेटिक एनर्जी ज़्यादा होने का मतलब आई है, ये काइनेटिक एनर्जी जी है जो गतिज ऊर्जा उसके कणों की ज़्यादा है 100 डिग्री सैल्सियस से भाप के कणों के। इन्हां विचों किहड़ा कारक वाष्पीकरण प्रभावित नहीं करता। हवा की गति, सतह का खेत्रफल, तापमान ते ना घुलणयोग अशुद्धियां। तो उपर वाला आप वाष्पीकरण प्रभावित करने वाले तत्त आप पढ़े सी, उस इन्हां तीन उपर वाले तीन तत्त सीगे बट सस्सा उहदे विच नहीं सीगा। तो कोई अशुद्धि उससे घुली है तो उसनूं प्रभावित नहीं करती। मादे की वो अवस्था जिसका आकार तो निश्चित होंदा है परंतु आयतन निश्चित, आकार तो निश्चित नहीं होंदा परंतु आयतन निश्चित होंदा है। इस तरह के मादे किस दी उदाहरण है। ये बेटे अगे आप क्वेश्चन पहला भी कर चुके हैं। तो ये द्रव है, इसका उत्तर जिहड़ा है वो द्रव है। तो ऊपर नोट कर लिया जी, शो नहीं हो रहा, तो इसका उत्तर द्रव आएगा। इन्हां विचों किहड़ी प्रक्रिया हमेशा ठंडक पहुँचाउंदी है। ठंडक वाला हुणे आप पढ़िया सी, तो उस की सीगा अपने कोल वाष्पीकरण। वाष्पीकरण प्रक्रिया जी है वो ठंडक पहुँचाउंदी है। पौधे के पत्तियां तो पानी के भाप बन के उड़ना किस प्रक्रिया की उदाहरण है। तो ये एड़ा ऑप्शन है इसकी वाष्प उत्सर्जन। तो याद रखना है वाष्प उत्सर्जन। पुंज की इकाई स्टार्टिंग से पढ़िया सी आपां, इकाइयां 3 में कराइया सी, यह है किलोग्राम। अंतरराष्ट्रीय मापक जिहड़ा है पद्धति के अनुसार आयतन की इकाई मीटर क्यूब जिहड़ा हैगा m⁻³ ये अपने को इसकी इकाई है। अगे द्रवां के आयतन का मापन की इकाई किहड़ी है। तो ये लीटर विच मापते हैं। द्रव तरल पदार्थों को आपां लीटर विच मापते हैं। अगे दबाव की इकाई ये पास्कल है, एड़ा वाली ऑप्शन पी ए छोटा है पास्कल। तो ये कुछ प्रश्न सीगे इस नाल रिलेटेड। थैंक यू। मैनूं उम्मीद है तुहानूं
ਇਸ ਜਿਹੜੀ ਸੀਰੀਜ਼ ਹੈ ਇਸ ਦਾ ਪੂਰਾ ਤੁਸੀਂ ਲਾਭ ਉਠਾਓਗੇ। ਥੈਂਕ ਯੂ।